वाहेगुरु जी का खालसा वाहेगुरु जी की फतेह। सतगुरां दी परम गोद विच बड़े ही प्रेम नाल संध्या दे दीवाना विच आप जी सज बैठे हो। भागां भरिया समा गुरु कृपा सदका प्राप्त होया। आओ इस समय दी सांझ पाइए। सतगुरां दी पावन जीवन कथा दे विचों आप जी ने सरवण कीता सी। जिस वेले सतगुरां दे परिवार टुटण दी खबर राए भोए दी तलवंडी मापियां नूं प्राप्त होई, फिकरां विच डुबे मापियां ने भाई मरदाना जी नूं सुल्तानपुर लोधी भेजिया। जिस वेले भाई मरदाने ने घर दे हालात वेखे, चुप पसरी हुई है। पहलां वर्गियां रौनकां नहीं। जय राम ते बेबे नानकी जी मुरझाए होए ने। जदों कारण पुछिया, भैन जी आखन लगे मरदाने आ जो तेरे सामने दिसदा है यही हाल है परिवार का। बाकी जे ज़्यादा जानकारी चाहुंदा है चलिया जा गुरु नानक साहब जी दे पास, वो जंगलों में बैठे ने। जदों भाई मरदाना जी उठ के जान लगे बेनती की भोजन छक के जाओ। भोजन छकण तो बाद भाई मरदाना जदों दूर जंगलों में चलिया, दीन दुनिया दे मालक सतगुरां नूं भगवे कपड़ियां विच जंगल विच कल्लियां बैठे वेखिया। मन भर आया, भुब्बां निकलियां, चरनां ते जा डिग्या। उलांबे दिंदा सच्चे पातशाह, ऐसा की कारण हो गया तुसी मोदी खाना छड्ड के ये लिवास बना के बह गए। हसदा वसदा परिवार सी। आसे पासे आप जी दे दुनिया दी भीड़, लोकां दियां महफिलां सन। किहड़ा रोग ते दुख दिल नूं लग्या है, दुनिया दी परवाह छड्ड आप इन्हां जंगलां च बह गए हो। अखां भरियां ने। भाई मरदाना जी बड़े भावुक हन। सतगुरां दा इह हाल भाई मरदाने तो वेखिया नहीं जा रहा। इन्हां सारे प्रसंगां नूं आप जी ने सरवण कीता। आओ कुछ समा मन चित बिरतियां नूं एकाग्र चित बनाइए। पाओ प्रेम दी सांझ, बख्शो आसीस, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। भली गुजर थे तुमरे तेहते, सर्व दर्ब कर परपुर जेहते। जगत गुरु गुरु नानक साहिब पातशाह अपनियां खेडां वरता रहे ने। जदों जंगलों में बैठे सतगुरां दे पास भाई मरदाना जी आए, आखन लगे महाराज ये की खेड वरताई आप जी ने, मैनू समझ नहीं आउंदी। चंगा भला सोहना कारोबार चलदा सी मोदी खाने का। एक मोदी खाने दे बहाने पता नहीं किन्नियां लोकां दा भला हुंदा सी। ऐसा केड़ा घाटा पै गया, केड़ी कमी पेशी आ गई। आप जी मोदी खाना छड्ड करके
ਜੰਗਲਾਂ ਵਿੱਚ ਆਣ ਬੈਠੇ ਓ। ਕੈ ਟੋਟਾ ਆਇਓ ਤਿਹ ਮਾਹੀ, ਕਿਦੋਂ ਨਰੇਸ਼ ਦਈ ਪੁੰਨ ਨਾਹੀ। ਕਿਰਪਾ ਕਰਕੇ ਹਜੂਰ ਮੈਨੂੰ ਦੱਸੋ। ਦੁੱਖ ਸੀ ਭਾਈ ਮਰਦਾਨੇ ਨੂੰ, ਮਿੱਤਰ ਹੈ ਸਤਿਗੁਰਾਂ ਦਾ, ਪਿਆਰਾ ਹੈ ਪਾਤਸ਼ਾਹ। ਸਮੇਂ ਦੇ ਨਵਾਬ ਦੌਲਤ ਖਾਂ ਦੇ ਨਾਲ ਕੋਈ ਮਨਮੁਟਾਵ ਹੈ, ਜਾਂ ਇਸ ਮੋਦੀ ਖਾਨੇ ਦੇ ਵਿੱਚ ਕੋਈ ਘਾਟ ਬਾਧ ਆ ਗਈ, ਜਿਸ ਬਦੌਲਤ ਆਪ ਜੀ ਗੱਲ ਦਿਲ ਤੇ ਲਾ ਕੇ ਇੱਥੇ ਆਣ ਬੈਠੇ ਹੋ। ਪਤਾ ਤੁਹਾਨੂੰ ਵੀ ਹੈ ਤੁਹਾਡੀ ਗੈਰ ਹਾਜ਼ਰੀ ਵਿੱਚ ਘਰ ਪਰਿਵਾਰ ਦਾ ਕੀ ਹਾਲ ਹੈ। ਅੱਜ ਮਹਿਫਲਾਂ ਨਜ਼ਰ ਨਹੀਂ ਆਉਂਦੀਆਂ, ਅੱਜ ਮਿੱਤਰ ਨਜ਼ਰ ਨਹੀਂ ਆਉਂਦੇ। ਐਸੀ ਕਿਹੜੀ ਗੱਲ ਸੀ ਜਿਸ ਗੱਲ ਨੇ ਆਪ ਜੀ ਨੂੰ ਇਹਨਾਂ ਹਾਲਾਤਾਂ ਵਿੱਚ ਪਹੁੰਚਾ ਦਿੱਤਾ ਹੈ। ਹਜ਼ੂਰ, ਮੈਂ ਬੜੀ ਦੂਰੋਂ ਚੱਲ ਕੇ ਆਇਆ, ਆਪ ਜੀ ਦੇ ਮਾਤਾ ਪਿਤਾ ਨੇ ਮੈਨੂੰ ਭੇਜਿਆ ਹੈ, ਕਿਰਪਾ ਕਰਕੇ ਜੰਗਲ ਵਿੱਚ ਬੈਠਣ ਦਾ, ਘਰ-ਬਾਰ ਛੱਡਣ ਦਾ ਮੈਨੂੰ ਕਾਰਨ ਦੱਸ ਦਿਓ। ਇਹ ਕਾਰਨ ਤੇ ਸੋ ਕ੍ਰਿਤ ਛੋਰੀ, ਕਿਉਂ ਆਸ ਬਿਸਹਿ ਕੀਨ ਬਹੋਰੀ। ਕਿਉਂ ਇਹ ਲਿਬਾਸ ਆਪ ਜੀ ਨੇ ਸਾਧਾਂ ਵਾਲਾ ਪਾਇਆ ਹੋਇਆ, ਭਗਵਾ ਗੇਰੂਆ। ਘਰ ਪਰਿਵਾਰ ਦੀ ਪਰਵਾਹ ਕਿਉਂ ਛੱਡ ਦਿੱਤੀ? ਜਾ ਕੇ ਹਾਲਤ ਵੇਖੋ ਭੈਣ ਨਾਨਕੀ ਦੀ ਕੀ ਹੈ। ਜੈ ਰਾਮ ਜੀ ਦੇ ਹਾਲਾਤ ਕੈਸੇ ਨੇ? ਘਰ ਨੂੰ ਤਾਲੇ ਲੱਗੇ ਹੋਏ ਆ, ਕਿਤੇ ਭਰਜਾਈ ਜੀ ਨਜ਼ਰ ਨਹੀਂ ਆਉਂਦੇ। ਆਪ ਜੀ ਦੇ ਸਪੁੱਤਰ ਬਾਬਾ ਲਖਮੀ ਦਾਸ ਮੈਨੂੰ ਕਿਤੇ ਦਿਸੇ ਨਹੀਂ। ਕੀ ਕਾਰਨ ਐਸਾ ਸੀ? ਆ ਲਿਬਾਸ ਪਾਉਣਾ ਪੈ ਗਿਆ, ਸਭ ਕੁਝ ਛੱਡਣਾ ਪੈ ਗਿਆ, ਪਰਿਤਿਆਗ ਹੀ ਕਰ ਦਿੱਤਾ ਹੈ। ਆਪ ਲੋਕਾਂ ਨਾਲੋਂ ਟੁੱਟ ਕੇ ਬਹਿ ਗਏ ਹੋ। ਸਮੇਂ ਦੇ ਨਵਾਬ ਨਾਲ ਤੇ ਆਪ ਜੀ ਦੀ ਉੱਠਣੀ ਬੈਠਣੀ ਬਹੁਤ ਸੀ। ਨਵਾਬ ਦੌਲਤ ਖਾਂ ਆਪ ਜੀ ਦਾ ਬੜਾ ਅਦਬ ਕਰਦਾ ਸੀ, ਸਤਿਕਾਰ ਕਰਦਾ ਸੀ। ਸਰਕਾਰੇ ਦਰਬਾਰੇ ਤੁਹਾਡਾ ਬੜਾ ਸੋਹਣਾ ਰਸੂਖ ਸੀ। ਕੋਈ ਤੇ ਕਾਰਨ ਹੈ, ਕੋਈ ਟੁੱਟ ਕੇ ਇਦਾਂ ਨਹੀਂ ਬਹਿੰਦਾ, ਕੋਈ ਛੱਡ ਕੇ ਜੱਗ ਤੇ ਜਮਾਨਾ ਇਕੱਲਿਆਂ ਇਦਾਂ ਦੂਰ ਨਹੀਂ ਹੁੰਦਾ। ਪਾਤਸ਼ਾਹ, ਜੇ ਆਪ ਤੁਰਠੇ ਹੋ ਮੈਨੂੰ ਆਪਣਾ ਸੇਵਕ ਮੰਨਦੇ ਹੋ, ਇਹਨਾਂ ਸਾਰੀਆਂ ਗੱਲਾਂ ਦਾ ਮੁੱਖ ਕਾਰਨ ਕੀ ਹੈ? ਕਿਰਪਾ ਕਰਕੇ ਦੱਸ ਦੇਵੋ। ਸ਼੍ਰੀ ਨਾਨਕ ਸੁਣ ਬੋਲੇ ਬਾਣੀ, ਜੋ ਬੈਰਾਗ ਕੀ ਰਸ ਮਹਿ ਸਾਨੀ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਦੇ ਬੋਲਾਂ ਨੂੰ ਸੁਣਿਆ, ਇਹਨਾਂ ਬੋਲਾਂ ਵਿੱਚ ਬੜਾ ਦਰਦ ਸੀ, ਬੜੀ ਭਾਵੁਕਤਾ ਵਾਲੇ ਬਚਨ ਸਨ। ਸਤਿਗੁਰ ਕਹਿੰਦੇ, ਮਰਦਾਨਿਆ ਕਿਹੜੀਆਂ ਗੱਲਾਂ ਕਰਦਾ ਭਾਈ? ਇਹ ਸੰਸਾਰੀ ਗੱਲਾਂ ਨੇ, ਘਾਟੇ ਵਾਧੇ, ਇਹਨਾਂ ਵਿੱਚੋਂ ਕਦੇ ਕਿਸੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਕਿਸ ਗੱਲ ਦੀ ਚਿੰਤਾ ਕਰਦਾ ਹੈ? ਐਸਾ ਕੀ ਜਗ ਤੇ ਹੋਇਆ? ਪਰਮਾਤਮਾ ਜੋ ਕਰਦਾ ਸੋ ਭਲਾ ਕਰਦਾ। ਹਰ ਵਸਤੂ ਦਾ ਕਾਰਨ ਪਰਮੇਸ਼ਵਰ ਆਪ ਹੈ। ਮਰਦਾਨੇ ਤੂੰ ਪੂਰਬ ਵਾਰੀ, ਮਮ ਢਿਗ ਜਾਚਾ ਆਨ ਉਚਾਰੀ। ਭਾਈ ਮਰਦਾਨਾ ਜੀ ਕਾਰਨ ਪੁੱਛਦੇ ਨੇ, ਮਰਦ ਦੱਸੋ ਇਹ ਲਿਬਾਸ ਕਿਉਂ ਪਾਇਆ, ਕੱਪੜੇ ਕਿਉਂ ਪਾਏ, ਇੱਥੇ ਕਿਉਂ ਬੈਠੇ, ਘਰ-ਬਾਰ ਕਿਉਂ ਛੱਡਿਆ, ਜੱਗ ਵਿੱਚ ਬਦਨਾਮੀ ਕਿਉਂ ਕਰਾਈ? ਕਿਉਂਕਿ ਲੋਕ ਬਦਨਾਮੀ ਕਰਦੇ ਸੀ, ਲੋਕੀ ਮਾੜਾ ਚੰਗਾ ਰੱਜ ਰੱਜ ਕਹਿੰਦੇ ਸੀ, ਪਰ ਮੇਰੇ ਸਤਿਗੁਰਾਂ ਨੇ ਕਦੇ ਕਿਸੇ ਨੂੰ ਸਫਾਈ ਨਹੀਂ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਕਦੇ ਕਿਸੇ ਨੂੰ ਕਹਿਣ ਨਹੀਂ ਗਏ ਤੂੰ ਸਾਨੂੰ ਮਾੜਾ ਕਿਉਂ ਕਹਿੰਦਾ। ਕਹਿੰਦੇ, ਮਰਦਾਨਿਆ ਜਦ ਤੂੰ ਪਹਿਲੀ ਵਾਰ ਸਾਡੇ ਕੋਲ ਆਇਆ ਸੀ। ਕਹਿੰਦਾ, ਹਾਂ ਪਾਤਸ਼ਾਹ। ਗਰੀਬ ਨਵਾਜ਼ ਕਹਿੰਦੇ, ਕੀ ਲੈ ਕੇ ਗਿਆ ਸੀ ਸਾਡੇ ਤੋਂ, ਕੀ ਮੰਗਿਆ ਸੀ? ਭਾਈ ਮਰਦਾਨਾ ਸੋਚੀ ਪੈ ਗਿਆ, ਕਿਉਂਕਿ ਸਵਾਲ ਉਹਨੇ ਕੀਤਾ, ਮਰਦ ਮੈਨੂੰ ਉਹ ਮੁੱਖ ਕਾਰਨ ਤੇ ਦੱਸੋ, ਘਰ-ਬਾਰ ਕਿਉਂ ਛੱਡਿਆ? ਆਪ ਜੀ ਦਾ ਸਭ ਕੁਝ ਛੱਡਣ ਤੋਂ ਬਾਅਦ ਘਰ ਦੀ ਹਾਲਤ ਕੀ ਹੈ, ਇਹ ਬਿਆਨ ਨਹੀਂ ਹੁੰਦੀ। ਮੈਂ ਵੇਖ ਕੇ ਆਇਆ, ਜਿਸ ਘਰ ਵਿੱਚ ਕਦੇ ਚਹਿਲ ਕਦਮੀ ਸੀ, ਜਿਸ ਘਰ ਵਿੱਚ ਕਦੇ ਰੌਣਕਾਂ ਸੀ, ਹਾਸੇ ਸੀ, ਅੱਜ ਉਸ ਘਰ ਵਿੱਚ ਇੱਕ ਉਸ ਪਾਸੇ ਬੈਠੇ ਨੇ, ਇੱਕ ਉਸ ਪਾਸੇ ਬੈਠੇ ਨੇ, ਦੁਖੀ ਨੇ ਸਾਰੇ। ਮਰਦ ਕਹਿੰਦੇ, ਮਰਦਾਨਿਆਂ ਤੈਨੂੰ ਕਾਰਨ ਦੱਸਣ ਲੱਗੇ ਆ, ਸੋਚ ਸਮਝ ਧਿਆਨ ਦੇ, ਤੈਨੂੰ ਅਸੀਂ ਕੀ ਬਖਸ਼ਿਆ ਏ। ਤੰਤ ਬਾਦਤ ਕੋ ਤਬ ਗੁਣ ਦੀਨੋ, ਹਰਖਵਾਨ
ਮਨ ਹੋਏ ਤੈਂ ਲੀਨੋ। ਭਾਈ ਮਰਦਾਨਾ ਨੂੰ ਚੇਤੇ ਨਾ ਆਵੇ ਕੁਛ, ਕਹਿੰਦੇ ਮਹਾਰਾਜ ਮੈਂ ਕੀ ਦੱਸਾਂ, ਸਭ ਕੁਝ ਹੀ ਤੇ ਤੁਸੀਂ ਦਿੱਤਾ ਹੋਇਆ ਹੈ। ਧਨ ਦੌਲਤ ਤੇ ਜੇ ਸ਼ੌਹਰਤ ਵੀ ਮਿਲੀ ਤੇ ਗੁਰੂ ਸਾਹਿਬ ਕਰਕੇ। ਜੇ ਪਿੰਡ ਵਿੱਚ ਨਾਮ ਸੀ ਭਾਈ ਮਰਦਾਨੇ ਦਾ, ਸਨਮਾਨ ਸੀ ਗੁਰੂ ਨਾਨਕ ਸਾਹਿਬ ਕਰਕੇ ਸੀ, ਐਡਾ ਵੱਡਾ ਰੁਤਬਾ ਸੀ। ਭਾਈ ਮਰਦਾਨਾ ਕਹਿੰਦਾ ਮਹਾਰਾਜ ਕੋਈ ਇੱਕ ਚੀਜ਼ ਹੋਵੇ ਜੋ ਮੈਂ ਦੱਸਾਂ ਤੁਸੀਂ ਦਿੱਤੀ ਹੈ, ਸਭ ਕੁਝ ਹੀ ਤੇ ਤੁਸੀਂ ਬਖਸ਼ਿਆ, ਪਰ ਫਿਰ ਵੀ ਮੈਨੂੰ ਚੇਤਾ ਨਹੀਂ ਆਪ ਜੀ ਨੇ ਮੈਨੂੰ ਕੀ ਦਿੱਤਾ ਹੈ। ਭਾਈ ਮਰਦਾਨਾ ਕਹਿੰਦਾ, ਹੱਸ ਕੇ ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਤੰਤੀ ਸਾਜ਼ ਵਜਾਉਣ ਦਾ ਗੁਣ ਵੀ ਤੇ ਬਖਸ਼ਿਆ। ਆਖੋ ਸਤਨਾਮ ਕਿੱਥੇ ਹੈ। ਯਾਦ ਆ ਗਿਆ ਭਾਈ ਮਰਦਾਨਾ ਜੀ ਨੂੰ, ਹਾਂ ਮਹਾਰਾਜ ਬਖਸ਼ਿਸ਼ ਦਿੱਤੀ ਸੀ। ਪਰ ਅਣਜਾਣ ਵਿਅਕਤੀ ਨੂੰ ਕੋਈ ਵਸਤੂ ਮੁਫਤ ਵਿੱਚ ਮਿਲ ਜੇ, ਸਹਿਜ ਸੁਭਾਅ ਮਿਲ ਜੇ, ਉਹਦੇ ਲਈ ਉਹ ਕਦਰਦਾਨ ਨਹੀਂ ਹੁੰਦਾ। ਭਾਈ ਮਰਦਾਨੇ ਨੂੰ ਮਹਾਰਾਜ ਨੇ ਕਿਹਾ ਸੀ ਮਰਦਾਨਿਆ ਤੈਨੂੰ ਤੰਤੀ ਸਾਜ਼ ਦਾ ਗੁਣ ਦਿੱਤਾ। ਕਹਿੰਦਾ ਠੀਕ ਹੈ ਮਹਾਰਾਜ, ਨਾ ਕਦੇ ਤੰਤੀ ਸਾਜ਼ ਵਜਾਇਆ ਤੇ ਨਾ ਕਦੇ ਸੋਚਿਆ। ਅੱਜ ਸਹਿਜ ਸੁਭਾਅ ਜੰਗਲ ਵਿੱਚ ਬੈਠੇ ਮਹਾਰਾਜ ਆਖਦੇ ਮਰਦਾਨਿਆ ਕਿ ਤੇਰੇ ਕੋਲ ਤੰਤੀ ਸਾਜ਼ ਦਾ ਬਖਸ਼ਿਆ ਗੁਣ ਹੈ। ਹੱਸ ਕੇ ਕਹਿੰਦਾ ਮਹਾਰਾਜ ਗੁਣ ਤੇ ਹੈ ਪਰ ਕਦੇ ਵਰਤਿਆ ਨਹੀਂ। ਆਖੋ ਸਤਨਾਮ, ਆਪਾਂ ਕਿਹੜਾ ਵਜਾਇਆ ਕਦੇ। ਤੰਤੀ ਸਾਜ਼ ਕਿਹਨੂੰ ਕਹਿੰਦੇ ਆ? ਰਬਾਬ, ਤਾਨਪੁਰਾ, ਇਹ ਜਿਹੜੀਆਂ ਚੀਜ਼ਾਂ ਨੇ ਨਾ ਦਿਲਰੁਬਾ, ਇਹ ਤੰਤੀ ਸਾਜ਼ ਨੇ। ਧੰਨ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਰਬਾਬ ਦਾ ਜ਼ਿਕਰ ਹੈ। ਰਬਾਬ ਦਾ ਪੁਰਾਤਨ ਸਮੇਂ ਵਿੱਚ ਜਾ ਕੇ ਵੇਖੋ, ਗੁਰੂ ਕਲਗੀਧਰ ਮਹਾਰਾਜ, ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਅਮਰਦਾਸ ਮਹਾਰਾਜ ਰਬਾਬ ਤੇ ਸਰੰਦੇ ਨਾਲ ਕੀਰਤਨ ਕਰਦੇ ਸੀ। ਅੱਜ ਤੋਂ 60 ਸਾਲ ਤੱਕ ਹਰਿਮੰਦਰ ਸਾਹਿਬ ਵਿੱਚ 60 ਸਾਲ ਪਹਿਲਾਂ ਰਬਾਬਾਂ ਨਾਲ ਕੀਰਤਨ ਕੀਤਾ ਜਾਂਦਾ ਸੀ। ਉਦੋਂ ਬਾਜਿਆਂ ਦੀ, ਹਾਰਮੋਨੀਅਮ ਦੀ ਹੋਂਦ ਨਹੀਂ ਸੀ, ਕਿਤੇ ਕਿਤੇ ਹੁੰਦੇ ਸੀ। ਇਹ ਬਾਜੇ ਤੇ ਜਰਮਨ ਤੋਂ ਆਏ ਆ ਬਾਅਦ ਵਿੱਚ ਹਾਰਮੋਨੀਅਮ। ਸਭ ਤੋਂ ਪਹਿਲਾਂ ਇਸ ਧਰਤੀ ਤੇ ਲੋਕ ਰਬਾਬ ਵਜਾਉਂਦੇ ਸੀ, ਤੰਤੀ ਸਾਜ਼ ਵਜਾਉਂਦੇ ਸੀ। ਤੰਤੀ ਸਾਜ਼ਾਂ ਦੇ ਨਾਲ ਧੁਰਕੀ ਬਾਣੀ ਦਾ ਕੀਰਤਨ ਗਾਇਆ ਜਾਂਦਾ ਸੀ ਤੇ ਰਾਗ ਹਮੇਸ਼ਾ ਤੰਤੀ ਸਾਜ਼ਾਂ ਤੇ ਗਾਏ ਜਾਂਦੇ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਆਖਣ ਲੱਗੇ ਮਰਦਾਨਿਆ ਤੈਨੂੰ ਤੰਤੀ ਸਾਜ਼, ਤੰਤੀ ਵਜਾਉਣ ਦਾ ਹੁਕਮ ਦਿੱਤਾ ਸੀ, ਵਜਾਇਆ ਕਦੇ? ਭਾਈ ਮਰਦਾਨਾ ਸਾਰੇ ਸਵਾਲ ਭੁੱਲ ਗਿਆ ਵੀ ਮੈਂ ਆਇਆ ਕੀ ਕਰਨ ਸੀ। ਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਗੁਣ ਦੀ ਦਾਤ ਬਖਸ਼ੀ ਹੈ। ਇਹ ਗੁਣ ਅੱਜ ਵੀ ਸਤਿਗੁਰਾਂ ਦੀ ਕਿਰਪਾ ਨਾਲ ਦੁਬਾਰਾ ਆਰੰਭ ਹੋਇਆ। ਸੱਚਖੰਡ ਹਰਿਮੰਦਰ ਸਾਹਿਬ ਮੁੜ ਤੋਂ ਤੰਤੀ ਸਾਜ਼ ਵੱਜਣੇ ਸ਼ੁਰੂ ਹੋ ਗਏ। ਹਾਰਮੋਨੀਅਮ ਦੀਆਂ ਸੁਰਾਂ ਵਿਕਾਰ ਪੈਦਾ ਕਰਦੀਆਂ ਨੇ, ਪਰ ਜਦ ਰਬਾਬ ਤੇ ਤੰਤੀ ਸਾਜ਼ ਵੱਜਦੇ ਨੇ ਮਨ ਨੂੰ ਬਿੰਨ ਕੇ ਰੱਖ ਦਿੰਦੇ ਨੇ, ਬਿੰਨ ਦਿੰਦੇ ਆ ਮਨ। ਭਾਈ ਮਰਦਾਨਾ ਮਹਾਰਾਜ ਦੇ ਸਾਹਮਣੇ ਬੈਠਾ ਹੈ, ਦੋਨੇ ਹੱਥ ਜੋੜੇ ਆ, ਨੇਤਰ ਸਾਫ਼ ਹੋ ਗਏ, ਸੁੱਕ ਗਿਆ ਜਲ। ਹੁਣ ਉਹ ਵਿਰਾਗ ਦੀ ਅਵਸਥਾ ਚੋਂ ਨਿਕਲ ਆਏ ਨੇ। ਮਹਾਰਾਜ ਕਹਿੰਦੇ ਮਰਦਾਨਿਆ ਤੈਨੂੰ ਦਿੱਤਾ ਹੋਇਆ ਗੁਣ ਵੀ ਤੇ ਇਸੇ ਕਦਰ ਦਿੱਤਾ ਸੀ। ਇਸੇ ਸਮੇਂ ਕੋ ਬੂਝੋ ਹੇਤੋ ਅਵਰ ਨ ਕਾਰਜ ਸੁਮਤ ਨ ਕੇਤੋ। ਪਿਆਰਿਆ ਜੇ ਤੈਨੂੰ ਉਹ ਗੁਣ ਬਖਸ਼ਿਆ ਸੀ ਅੱਜ ਦੇ ਸਮੇਂ ਕਰਕੇ ਦਿੱਤਾ ਸੀ। ਆਹ ਸਮੇਂ ਦੀ ਉਡੀਕ ਕਰਦੇ ਸੀ ਜਿਸ ਸਮੇਂ 'ਚ ਤੂੰ ਸਾਡੇ ਕੋਲ ਆ ਕੇ ਬੈਠਾ। ਤੈਨੂੰ ਬਖਸ਼ਿਆ ਹੀ ਤਾਂ ਸੀ ਗੁਣ ਵੀ ਤੂੰ ਸਾਡੇ ਕੋਲ ਰਹਿ ਕੇ ਤੰਤੀ ਸਾਜ਼ ਵਜਾਏਂਗਾ, ਘਰ-ਬਾਰ ਦੀ ਪਰਵਾਹ ਛੱਡ ਦੇਂਗਾ, ਤੇ ਤੂੰ ਅੱਜ ਸਾਨੂੰ ਆ ਕੇ ਪੁੱਛਦਾ ਮਹਾਰਾਜ ਘਰ ਛੱਡੀ ਬੈਠੇ ਹੋ। ਸਤਿਗੁਰ ਕਹਿੰਦੇ ਤੈਨੂੰ ਤੇ ਬੜਾ ਸਮਾਂ ਪਹਿਲਾਂ ਹੀ ਇਹ ਗੁਣ ਦੇ ਕੇ ਕਹਿਤਾ ਸੀ ਮਰਦਾਨਿਆ ਇੱਕ ਦਿਨ ਘਰ ਤੇ ਪਰਿਵਾਰ ਛੱਡਾਂਗੇ। ਆਖੋ ਸਤਨਾਮ, ਅੱਜ ਉਹ ਦਿਨ ਆ ਗਿਆ। ਛੱਡ ਦਿੱਤਾ ਪਰਿਵਾਰ, ਛੱਡ ਦਿੱਤਾ ਘਰ-ਬਾਰ, ਛੱਡ ਦਿੱਤੀ ਹੈ ਲੋਕਾਂ ਦੀ ਲੱਜਿਆ। ਇਸ ਬਾਸਰ ਮਮ ਸੰਗ ਰਹੀ ਜੈ ਆਨ ਜਾਨ ਕੋ ਨਾਮ ਨ ਲੀਜੈ। ਬੜੇ ਪ੍ਰੇਮ ਨਾਲ ਆਖਣ ਲੱਗੇ ਸਤਿਗੁਰ ਕਹਿੰਦੇ ਮਰਦਾਨਿਆ ਜੇ ਤੈਨੂੰ ਕੋਈ ਪਿਆਰ ਦਾ ਬਚਨ ਆਖੀਏ ਮੰਨੇਗਾ? ਕਹਿੰਦਾ ਹਜ਼ੂਰ ਕਦੇ ਜਵਾਬ ਦਿੱਤਾ ਹੈ? ਗਰੀਬ ਨਵਾਜ ਮੈਂ ਤੇ ਸਦਾ ਤੁਹਾਡਾ ਦਾਸ ਹਾਂ, ਸਦਾ ਤੁਹਾਡੀ ਆਗਿਆ ਰਜਾ 'ਚ ਰਹਿਣਾ। ਗੁਰੂ ਨਾਨਕ ਮਹਾਰਾਜ ਹੱਸ ਕੇ ਆਖਣ ਲੱਗੇ ਕਹਿੰਦੇ ਚੰਗਾ ਫਿਰ ਅੱਜ ਤੋਂ ਬਾਅਦ ਤੂੰ ਵੀ ਘਰ ਨਹੀਂ ਜਾਣਾ, ਛੱਡ ਦੇ ਤੂੰ ਵੀ ਘਰ ਪਰਿਵਾਰ, ਸਾਡੇ ਨਾਲ ਰਿਹਾ ਕਰ। ਸੁਣ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਵੀ ਮੈਂ ਤੇ ਪਤਾ ਲੈਣ ਆਇਆ, ਬਾਬੇ ਨੇ ਮੈਨੂੰ ਰੱਖ ਲੈਣਾ। ਆਖੋ ਸਤਨਾਮ। ਸਤਿਗੁਰ ਕਹਿੰਦੇ ਤੂੰ ਘਰ ਨਹੀਂ ਜਾਣਾ ਅੱਜ ਤੋਂ ਬਾਅਦ, ਤੈਨੂੰ ਇਸੇ ਕਰਕੇ ਤੇ ਰਬਾਬ ਦਾ ਗੁਣ ਬਖਸ਼ਿਆ ਵੀ ਤੂੰ ਸਾਨੂੰ ਕੀਰਤਨ ਸੁਣਾਇਆ ਕਰ ਨਿਰੰਕਾਰ ਦਾ।
ਭਾਈ ਮਰਦਾਨਾ ਜੀ ਬੈਠੇ ਬੈਠੇ ਸੋਚਦੇ ਮਨਾ ਮੇਰੇ ਆ, ਜੇ ਬੇਬੇ ਨਾਨਕੀ ਜੀ ਦੇ ਕੋਲੋਂ ਹੀ ਪੁੱਛ ਕੇ ਚਲਿਆ ਜਾਂਦਾ ਚੰਗਾ ਨਹੀਂ ਸੀ। ਬਾਬੇ ਨੇ ਆਪ ਤੇ ਘਰ ਛੱਡਿਆ ਹੋਇਆ ਤੇ ਮੈਨੂੰ ਵੀ ਕਹਿੰਦੇ ਮਰਦਾਨੇ ਘਰੇ ਨਾ ਜਾਈਂ। ਹੁਣ ਇਹ ਪੁੱਛਣਗੇ ਵੀ ਵਾਦਾ ਕਰਕੇ ਜਾ, ਕੀ ਕਰਾਂ? ਦੁਬਦਾ ਚੁਕੇ ਭੁੱਲ ਗਈ ਚਿੰਤਾ ਗੁਰੂ ਨਾਨਕ ਸਾਹਿਬ ਮਰਜ ਦੀ। ਪਹਿਲਾਂ ਬੜੇ ਭਾਵੁਕ ਹੋ ਕੇ ਆਖਦੇ ਸੀ, ਮਰਜ ਕੀ ਹੋ ਗਿਆ, ਕਿਹੜਾ ਇਹੋ ਜਿਹਾ ਦੁੱਖ ਆ ਗਿਆ, ਕਿਹੜਾ ਗਮ ਆ ਗਿਆ, ਘਰ ਛੱਡ ਕੇ ਬਹਿ ਗਏ। ਤੇ ਗੁਰੂ ਸਾਹਿਬ ਨੇ ਕਾਰਨ ਦੱਸਤਾ, ਕਹਿੰਦੇ ਤੈਨੂੰ ਨਾਲ ਰੱਖਣਾ ਸੀ ਨੇ, ਆਪਣਾ ਘਰ ਛੱਡਿਆ, ਘਰ ਤੇਰਾ ਵੀ ਛਡਾ ਦੇਣਾ। ਮਰਦਾਨਿਆ ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਛੱਡ ਦੇ ਘਰ ਪਰਿਵਾਰ ਦੀ ਮੋਹ ਮਾਇਆ। ਪੁੱਤ ਵੀ ਵਿਆਹ ਲਿਆ, ਤੂੰ ਧੀ ਵੀ ਵਿਆਹ ਲਈ, ਹੁਣ ਘਰੇ ਕੀ ਹੈ? ਭਾਈ ਮਰਦਾਨਾ ਸਾਵਧਾਨ ਜਾ ਹੋ ਕੇ ਬਹਿ ਗਿਆ, ਉੱਚੀ ਪੈ ਗਿਆ। ਸਤਿਗੁਰ ਕਹਿੰਦੇ ਬਚਨ ਕਹਿ ਕੇ ਮੰਗਿਆ, ਮਰਦਾਨਿਆ ਤੈਨੂੰ ਹੁਣ ਜਾਣ ਨਹੀਂ ਦਿਆਂਗੇ, ਤੈਨੂੰ ਹਮੇਸ਼ਾ ਲਈ ਆਪਣੇ ਕੋਲ ਰੱਖਣਾ ਏ। ਜਨਮ ਸੁਧਾਰ ਲੇਹੋ ਤੁਮ ਆਪਣਾ, ਜਗਤ ਅਸਤ ਲਖੋ ਜਿਵ ਸੁਪਨਾ। ਜਦੋਂ ਭਾਈ ਮਰਦਾਨਾ ਜੀ ਸੋਚੀ ਪੈ ਗਏ, ਸੋਚਣਾ ਤੇ ਤਾਂ ਸੀ ਕਿਉਂਕਿ ਇਹ ਜੋ ਕੁਝ ਵੀ ਹੋਇਆ ਅਚਨਚੇਤ ਹੋਇਆ, ਇੱਕਦਮ ਖਿਆਲ ਵੀ ਨਹੀਂ ਸੀ, ਸੋਚਿਆ ਵੀ ਨਹੀਂ ਸੀ ਕਦੇ ਮਰਦ ਮੈਨੂੰ ਕਹਿਣਗੇ ਘਰ ਛੱਡ ਦੇ। ਮਰਦ ਕਹਿੰਦੇ ਮਰਦਾਨਿਆ ਕਿਉਂ ਚਿੰਤਾ 'ਚ ਪਿਆ, ਸਾਡੇ ਨਾਲ ਰਹਿ ਕੇ ਆਪਣਾ ਜੀਵਨ ਸਫਲਾ ਬਣਾ ਲੈ। ਆ ਜੀਵਨ ਬਾਰ-ਬਾਰ ਨਹੀਂ ਮਿਲਦਾ, ਕਿੱਡੇ ਵੱਡੇ ਭਾਗ ਹੋਣੇ, ਉਹ ਕੈਸਾ ਮਹਾਨ ਮਹਾਂਪੁਰਖ ਹੋਣਾ, ਕੈਸੀ ਰੂਹ ਹੋਏਗੀ ਭਾਈ ਮਰਦਾਨਾ ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ ਤੈਨੂੰ ਸਾਡੇ ਨਾਲ ਰਹਿਣਾ ਪੈਣਾ, ਜੀਵਨ ਸਫਲਾ ਬਣਾ ਲਾ ਆਪਣਾ। ਮਰਦਾਨਿਆ ਜ਼ਿੰਦਗੀ ਬਾਰ-ਬਾਰ ਨਹੀਂ ਮਿਲਦੀ, ਆ ਜਿਹੜਾ ਸੰਸਾਰ ਆ ਇਹ ਝੂਠਾ ਹੈ, ਇੱਥੇ ਕੋਈ ਆਪਣਾ ਨਹੀਂ ਹੈ, ਇਹ ਸੱਚਾ ਨਹੀਂ। ਕੀ ਦਰਸਾ ਰਹੇ ਆ ਵੀ ਜਿਨ੍ਹਾਂ ਧੀਆਂ ਪੁੱਤਾਂ ਦਾ ਮੋਹ ਕਰਕੇ ਤੂੰ ਆਇਆ ਨਾ ਮਰਦਾਨਿਆ, ਵੀ ਸਤਿਗੁਰੂ ਜੀ ਮਾਤਾ ਪਿਤਾ ਦੁਖੀ ਨੇ, ਆਪ ਜੀ ਦੀ ਧਰਮ ਪਤਨੀ ਦੁਖੀ ਹੈ, ਪੁੱਤਰ ਦੁਖੀ ਨੇ, ਉਹ ਸਮਝਾ ਰਹੇ ਨੇ ਵੀ ਇੱਥੇ ਆਪਣਾ ਕੋਈ ਨਹੀਂ। ਜਿੱਦਣ ਘਰ ਦਾ ਮਾਲਕ ਤੁਰ ਜਾਂਦਾ ਨਾ, ਉਹੀ ਬੱਚੇ ਹੁੰਦੇ ਨੇ ਜਿਹੜੇ ਆਪਣੇ ਪਿਤਾ ਦੀ ਕਮਾਈ ਤੇ ਐਸ਼ਾਂ ਕਰਦੇ ਫਿਰਦੇ ਆ, ਵੀ ਹੁਣ ਮਾਤਾ ਨੂੰ ਪੈਨਸ਼ਨ ਲੱਗ ਗਈ ਬਾਪੂ ਵਾਲੀ, ਭੁੱਲ ਜਾਂਦੇ ਆ ਸਾਰੇ। ਯਾਦ ਕਰਦਾ ਕੋਈ ਕਦੇ ਕਦਾਈ ਕਿਤੇ ਚੇਤਾ ਜੀ ਅਲੱਗ ਗੱਲ ਹੈ। ਮਰਦ ਕਹਿੰਦੇ ਇਹ ਸੰਸਾਰ ਜਗਤ ਝੂਠਾ ਹੈ, ਆਪਣਾ ਹੋਣਾ ਨਾ ਹੋਣਾ ਇੱਥੇ ਮਾਇਨੇ ਨਹੀਂ ਰੱਖਦਾ। ਇਹ ਤੇ ਅਸੀਂ ਆਪਣੀ ਪੂਛ ਨਾਲ ਛੱਜ ਬੰਨੀ ਫਿਰਦੇ ਆ ਵੀ ਮੇਰੇ ਬਿਨਾ ਮੇਰਾ ਘਰ ਨਹੀਂ ਚੱਲਣਾ, ਜੇ ਮੈਂ ਨਾ ਹੋਇਆ ਤੇ ਮੇਰੇ ਬੱਚੇ ਨਹੀਂ ਰਹਿਣਗੇ। ਭੁਲੇਖਾ ਛੱਡ ਦਿਓ, ਜਿੱਦਣ ਆਪਾਂ ਦੁਨੀਆ ਤੋਂ ਤੁਰ ਜਾਣਾ ਉਹਨਾਂ ਯਾਦ ਵੀ ਨਹੀਂ ਕਰਨਾ ਕਿੰਨੇ ਆਏ ਕਿੰਨੇ ਗਏ, ਪੁੱਛਿਆ ਕਦੇ ਕਿਸੇ ਨੇ? ਬਸ ਇੰਨਾ ਕੀ ਹੁੰਦਾ ਵੀ ਫਲਾਣਾ ਚੜ੍ਹਾਈ ਕਰ ਗਿਆ, 2 ਘੰਟੇ ਬਾਅਦ ਸੰਸਕਾਰ ਹੈ, ਟਾਈਮ ਹੋਇਆ ਤੇ ਆ ਜਿਓ ਜੀ। 7ਵੇਂ 8ਵੇਂ 10ਵੇਂ ਦਿਨ ਭੋਗ ਪੈ ਗਿਆ, ਆਓ ਗਿਆ ਉਹ ਗਿਆ। ਜਿਹੜਾ ਕਹਿੰਦਾ ਸੀ ਮੇਰੇ ਬਿਨਾ ਸਾਰੇ ਮਰ ਜਾਣਗੇ, ਮੇਰੇ ਬਿਨਾ ਮੇਰਾ ਮੁੰਡਾ ਰੋਟੀ ਨਹੀਂ ਖਾਂਦਾ, ਮੇਰੇ ਬਿਨਾ ਮੇਰਾ ਪੋਤਾ ਪਾਣੀ ਨਹੀਂ ਪੀਂਦਾ, ਵਹਿਮ ਸੀ ਨਾ ਇੱਕ। ਜਿੱਦਣ ਮਰ ਜਾਏਗਾ ਨਾ ਦੁਨੀਆ ਤੋਂ ਤੁਰ ਜਾਏਗਾ, ਇਹ ਉਦਣ ਵੀ ਕੋਕਾ ਕੋਲਾ ਪੀਣਗੇ, ਆਖੋ ਸਤਨਾਮ, ਉਦੋਂ ਵੀ ਤੁਰੇ ਫਿਰਨਗੇ। ਤੇਰੇ ਪਿੱਛੇ ਕਿਸੇ ਨੇ ਰੋਟੀ ਨਹੀਂ ਛੱਡਣੀ, ਇਹ ਮੱਤ ਭੁਲੇਖਾ ਰੱਖੀ ਮਨ ਦੇ ਵਿੱਚ। ਸਤਿਗੁਰ ਕਹਿੰਦੇ ਮਰਦਾਨਿਆ ਕਿਹੜੇ ਪਰਿਵਾਰ ਪਿੱਛੇ ਤੁਰਿਆ ਫਿਰਦਾ ਹੈ? ਜੱਗ ਝੂਠਾ ਹੈ, ਪਰਿਵਾਰ ਝੂਠਾ ਏ, ਇੱਥੇ ਕੁਝ ਵੀ ਸੱਚਾ ਨਹੀਂ। ਸੋਵਹਿ ਮਦ ਗੁੜਕ ਜੋਲੋ, ਸੁਪਨਾ ਸਤ ਭਾਸ ਹੈ ਤੋਲੋ। ਮਰਦਾਨਿਆ ਦੁਨੀਆ ਇਸੇ ਤਰ੍ਹਾਂ ਦੀ ਹੈ, ਜਿਵੇਂ ਬੰਦਾ ਗੂੜੀ ਨੀਂਦ ਵਿੱਚ ਸੁੱਤਾ ਹੋਵੇ ਜਾਂ ਸੁਪਨ ਅਵਸਥਾ ਵਿੱਚ ਹੋਵੇ, ਉਹਨੂੰ ਸੁਪਨੇ ਕਈ ਪ੍ਰਕਾਰ ਦੇ ਆਉਂਦੇ ਆ। ਕਈ ਵਾਰ ਸੁਪਨੇ 'ਚ ਬੰਦਾ ਰਾਜਾ ਬਣਿਆ ਫਿਰਦਾ ਹੁੰਦਾ, ਸ਼ਹਿਨਸ਼ਾਹ, ਕਈ ਕੋਠੀਆਂ ਦਾ ਮਾਲਕ ਹੁੰਦਾ ਹੈ, ਕਈ ਸਟੇਟਾਂ ਦਾ ਰਾਜਾ ਬਣ ਜਾਂਦਾ ਹੈ, ਤੇ ਕਈ ਵਾਰ ਉਹ ਭਿਖਾਰੀ ਬਣ ਕੇ ਮੰਗਦਾ ਵੀ ਹੁੰਦਾ। ਦੱਸੋ ਸੁਪਨੇ 'ਚ ਕੋਈ ਭਿਖਾਰੀ ਬਣਿਆ ਐਕਚੁਅਲ ਵਿੱਚ ਬਣਿਆ? ਸੁਪਨੇ ਵਿੱਚ ਕਮਾਈ ਹੋਈ ਮਾਇਆ, ਸੁਪਨੇ ਵਿੱਚ ਬਣਿਆ ਪਰਿਵਾਰ ਕਦੇ ਅੱਖਾਂ ਦੇ ਸਾਹਮਣੇ ਆ ਕੇ ਬੈਠਾ ਵੀ ਇਹ ਸਾਡਾ ਬਾਪੂ ਆ ਤੇ ਸਾਡਾ ਭਰਾ ਏ। ਜਦੋਂ ਅੱਖ ਖੁੱਲੀ ਹੈ ਸੁਪਨਾ ਖਤਮ। ਮਰਦ ਕਹਿੰਦੇ ਜਦੋਂ ਦੁਨੀਆ ਤੋਂ ਅੱਖ ਖੁੱਲੂਗੀ ਨਾ, ਮਦਹੋਸ਼ ਹੋਇਆ ਫਿਰਦਾ ਇਨਸਾਨ, ਜਦੋਂ ਆ ਕੇ ਧਰਮਰਾਜ ਦੇ ਦੂਤਾਂ ਨੇ ਸਿਰ ਦੇ ਵਿੱਚ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਜਦੋਂ ਜਮਾਂ ਨੇ ਠੇਂਗਾ ਡਾਂਗ ਸਿਰ 'ਚ ਮਾਰੀ ਨਾ, ਅੱਖ ਖੁੱਲ ਜਾਣੀ ਹੈ। ਜਦੋਂ ਅੱਖ ਖੁੱਲਣੀ ਵੇਖਣਾ ਹੈ ਇਸ ਦੁਨੀਆ ਨੂੰ ਛੱਡ ਕਿਸੇ ਹੋਰ ਦੁਨੀਆ 'ਚ, ਆਖੋ ਸਤਨਾਮ। ਘੜੀ ਪਲ 'ਚ ਹੀ ਪਰਾਏ ਹੋ ਗਏ ਸਾਰੇ। ਪਾਤਸ਼ਾਹ ਕਹਿੰਦੇ ਜਦੋਂ ਤੱਕ ਸੁਪਨਾ ਚੱਲਦਾ ਲੱਗਦਾ ਉਹ ਵੀ ਸੱਚਾ ਹੀ ਹੁੰਦਾ। ਰਾਤ ਦਾ ਸੁਪਨਾ ਜਦ ਚੱਲੇਗਾ 8-8 ਘੰਟੇ ਕਈ ਵਾਰ ਲੋਕ ਸੁਪਨਿਆਂ 'ਚ ਲੰਘ ਜਾਂਦੇ ਆ, 2-2 3-3 ਘੰਟੇ ਸੁਪਨੇ ਵਿੱਚ ਲੋਕੀ ਤੜਫਦੇ ਰਹਿੰਦੇ ਆ।
ਕੋਈ ਰੋਂਦਾ ਹੈ, ਕੋਈ ਚੀਕਾਂ ਮਾਰਦਾ ਮੈਨੂੰ ਬਚਾਓ ਮੈਨੂੰ ਛਡਾਓ, ਲੋਕਾਂ ਨੂੰ ਸੁਣਦੀਆਂ ਗੱਲਾਂ। ਕੋਈ ਸੁਪਨੇ ਵਿੱਚ ਗਲੀ ਗਲੀ ਫਿਰਦਾ, ਰੌਲਾ ਪਾਉਂਦਾ, ਗਾਲਾਂ ਕੱਢਦਾ, ਕੋਈ ਗੀਤ ਗਾਉਂਦਾ ਫਿਰਦਾ, ਕੋਈ ਰਾਜਾ ਬਣਿਆ ਫਿਰਦਾ। ਪਰ ਜਦ ਤੱਕ ਸੁਪਨਾ ਚੱਲਦਾ ਹੈ ਉਦੋਂ ਤੱਕ ਮਾਣ ਰਹਿੰਦਾ ਬੰਦੇ ਨੂੰ ਵੀ ਮੈਂ ਇਸ ਸੁਪਨੇ ਦੀ ਦੁਨੀਆ ਦਾ ਮਾਲਕ ਹਾਂ। ਇੰਨੇ ਲੋਕ ਮੇਰੀ ਇੱਜ਼ਤ ਕਰਦੇ ਆ, ਜਦ ਅੱਖ ਖੁੱਲ੍ਹਦੀ ਪਛਤਾਵਾ ਹੁੰਦਾ ਇੱਥੇ ਤੇ ਕੁਛ ਵੀ ਨਹੀਂ। ਗਰੀਬ ਨਵਾਜ਼ ਕਹਿੰਦੇ ਮਰਦਾਨਿਆਂ ਆ ਸੰਸਾਰ ਹੈ, ਇਹ ਬਿਨ ਸੰਹਾਰ ਹੈ। दोहर जब जग हैं तब सूझही, ਸੁਪਨ ਪਦਾਰਥ ਕੂਰ। ਚੱਲਦੇ ਸੁਪਨੇ ਦੇ ਵਿੱਚ ਕਦੇ ਸਪਨਾ ਨਹੀਂ ਲੱਗਦਾ, ਲੱਗਦਾ ਏ ਉਦੋਂ ਜਦੋਂ ਜਾਗ ਜਾਂਦਾ ਬੰਦਾ, ਕਹਿੰਦਾ ਮੈਂ ਤੇ ਸੁਪਨੇ ਵਿੱਚ ਸੀ। ਤੇ ਫਿਰ ਜਦੋਂ ਸੁਪਨੇ ਵਿੱਚ ਉੱਠਦਾ ਇਹਨੂੰ ਇੱਕ ਪਛਤਾਵਾ ਹੁੰਦਾ ਜੇ ਨੀਂਦ ਪੂਰੀ ਨਹੀਂ ਹੋਈ। ਅਕਸਰ ਸੁਪਨੇ ਵਿੱਚ ਸੌਣ ਵਾਲਾ ਬੰਦਾ ਭੂਕ ਨੀਂਦ ਨਹੀਂ ਸੌਂਦਾ, ਸਰੀਰ ਬਾਡੀ ਮਨ ਰਿਲੈਕਸ ਨਹੀਂ ਹੁੰਦਾ, ਕਿਉਂਕਿ ਸਾਰਾ ਜ਼ੋਰ ਇਹਦਾ ਉਸ ਸੁਪਨੇ ਵਿੱਚ ਲੱਗਾ ਹੁੰਦਾ ਹੈ, ਇਹ ਉੱਥੇ ਭਟਕਦਾ ਫਿਰਦਾ। ਮਰਦ ਕਹਿੰਦੇ ਜਦੋਂ ਅੱਖ ਖੁੱਲੀ ਸੁਪਨਾ ਟੁੱਟ ਗਿਆ ਮਰਦਾਨਿਆਂ, ਫਿਰ ਇਹ ਸਮਝ ਆਉਂਦੀ ਆ ਨਾ ਵੀ ਝੂਠਾ ਸੀ ਉਹ। ਹੁਣ ਜੇ ਕਿਸੇ ਦਾ ਸੁਪਨੇ 'ਚ ਵਿਆਹ ਹੋਇਆ, ਉਹ ਇਹ ਤਾਂ ਨਹੀਂ ਸੋਚਦਾ ਵੀ ਸੁਪਨੇ 'ਚ ਵਿਆਹ ਹੋਇਆ ਸੀ ਤੇ ਹੁਣ ਉੱਠ ਗਿਆ ਤਲਾਕ ਲੈਣਾ। ਉਹ ਤੇ ਘਰ ਵਾਲੀ ਨਹੀਂ ਲੱਭਦੀ ਕਿੱਥੇ ਆ ਜਿਹਦੇ ਨਾਲ ਵਿਆਹ ਹੋਇਆ। ਉਹ ਪਰਿਵਾਰ, ਉਹ ਬੱਚੇ ਕਿਹੜੇ ਨੇ ਜਿਹੜੇ ਬਾਪੂ ਜੀ ਕਹਿੰਦੇ ਫਿਰਦੇ ਸੀ, ਉਹ ਤੇ ਝੂਠਾ ਸੀ ਸਾਰਾ ਕੁਛ। ਪਰ ਅੱਖ ਖੁੱਲਿਆਂ ਤੋਂ ਕਦੇ ਕਿਸੇ ਨੇ ਸੋਚਿਆ, ਹੱਸ ਕੇ ਬੰਦਾ ਕਹਿੰਦਾ ਛੱਡ ਖਿਆਲ ਹੀ ਸੀ, ਸੁਪਨਾ ਹੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਆ ਦੁਨੀਆ ਇੱਕ ਸੁਪਨਾ ਹੈ। ਇਸ ਸੁਪਨੇ ਵਿੱਚ ਬੜਿਆਂ ਨੇ ਮਾਣ ਕੀਤਾ ਵੀ ਮੈਂ ਦੁਨੀਆ ਦਾ ਰਾਜਾ, ਮੈਂ ਸਦਾ ਰਹਿਣਾ, ਮੇਰੇ ਨਾਲ ਸਾਰਾ ਕੁਝ ਹੈ। ਤੇ ਜਿੱਦਣ ਬੰਦੇ ਨੇ ਛੱਡ ਦਿੱਤਾ ਉਹ ਕਹਿੰਦਾ ਮੇਰੇ ਬਿਨਾਂ ਰਹਿਣਾ ਕਿਸੇ ਨੇ ਨਹੀਂ। ਮਹਾਰਾਜ ਕਹਿੰਦੇ ਇਹ ਸੁਪਨਾ ਹੀ ਚੱਲਦਾ ਮਰਦਾਨਿਆਂ। ਜਿੱਦਣ ਸੁਪਨਾ ਤੇਰਾ ਮੇਰਾ ਦੁਨੀਆ ਦਾ ਟੁੱਟੇਗਾ ਉਸ ਦਿਨ ਇਹ ਪਰਿਵਾਰ ਨਹੀਂ ਹੋਣਾ, ਇਹ ਸੰਸਾਰ ਨਹੀਂ ਹੋਣਾ, ਮਿੱਤਰ ਭਾਈ ਦੋਸਤ ਸਾਕ ਸੰਬੰਧੀ ਕੋਈ ਵੀ ਨਹੀਂ ਹੋਣਾ। ਉਦਣ ਆਪਾਂ ਇਕੱਲਿਆਂ ਹੋਣਾ। ਜਦੋਂ ਦੁਨੀਆ ਤੇ ਆਏ ਸੀ ਦੱਸੋ ਜੀ ਕਿਹਨਾਂ ਦੇ ਭੈਣ ਭਰਾ ਮਾਤਾ ਪਿਤਾ ਨਾਲ ਆਏ ਸੀ? ਆਇਆ ਕੋਈ? ਕਿੱਡਾ ਵੱਡਾ ਸਫ਼ਰ ਹੈ ਇਸ ਜ਼ਿੰਦਗੀ ਦਾ। ਜੀਵਨ ਵਿੱਚ ਆਉਣ ਤੋਂ ਪਹਿਲਾਂ ਵੀ ਕਈ ਜਨਮ ਇਕੱਲੇ ਭਟਕਦੇ ਰਹੇ, ਤੇ ਜਿੱਦਣ ਮਰ ਕੇ ਇਸ ਦੁਨੀਆ ਤੋਂ ਜਾਣਾ ਪਤਾ ਨਹੀਂ ਕਿੱਥੇ ਜਾਣਾ, ਖੌਰੇ ਕਿਹੜੀ ਥਾਂ ਤੇ ਜਾਣਾ। ਜਿਸ ਮਾਰਗ ਦੇ ਕੋਹ ਨਹੀਂ ਗਿਣੇ ਜਾ ਸਕਦੇ ਉੱਥੇ ਇਕੱਲਿਆਂ ਜਾਣਾ ਪੈਣਾ। ਇੱਥੇ ਤੇ 2 ਕਿਲੋਮੀਟਰ ਤੇ ਵੀ ਜਾਣਾ ਹੋਵੇ ਤੇ ਪਰਿਵਾਰ ਬਿਨਾਂ ਨਹੀਂ ਜਾਂਦੇ। ਇੱਥੇ ਤੇ ਇਕੱਲਿਆਂ ਕਿਤੇ ਜਾਣਾ ਹੋਵੇ ਕਹਿੰਦੇ ਇੱਕ ਦੋਸਤ ਚਾਹੀਦਾ ਨਾਲ, ਮੇਰਾ ਇਕੱਲੇ ਦਾ ਜੀ ਨਹੀਂ ਲੱਗਦਾ, ਸਫ਼ਰ ਔਖਾ ਹੈ। ਮੈਂ ਫੌਰਨ ਜਾਣਾ, ਮੈਂ ਇਕੱਲਾ ਨਹੀਂ ਜਾ ਸਕਦਾ, ਮੈਨੂੰ ਏਅਰਪੋਰਟ ਤੇ ਲੈਣ ਆਇਓ, ਕਿੰਨਾ ਸੋਚਦਾ ਹੈ। ਪਰ ਜਿਸ ਦਿਨ ਇਸ ਦੁਨੀਆ ਨੂੰ ਛੱਡ ਕੇ ਜਾਣਾ ਹੈ, ਕਦੇ ਬੰਦਾ ਕਹਿੰਦਾ ਮੈਂ ਇਕੱਲਾ ਜਾ ਰਿਹਾ, ਕਿਹੜੇ ਰਾਹ ਜਾ ਰਿਹਾ, ਮੇਰੇ ਨਾਲ ਮੇਰੇ ਆਪਣੇ ਜਾਣਗੇ ਜਾਂ ਨਹੀਂ ਜਾਣਗੇ। ਮਰਦ ਕਹਿੰਦੇ ਮਰਦਾਨਿਆਂ ਤੂੰ ਉਸ ਪਰਿਵਾਰ ਦਾ ਫਿਕਰ ਕਰਦਾ ਜੋ ਸੱਚਾ ਨਹੀਂ ਹੈ, ਸਿਰਫ ਇਸ ਸਰੀਰ ਦਾ ਰਿਸ਼ਤਾ ਹੈ ਪਰਿਵਾਰ ਦੇ ਨਾਲ, ਉਦੋਂ ਤੱਕ ਜਦੋਂ ਤੱਕ ਇਸ ਸਰੀਰ ਦੇ ਸਵਾਸ ਚੱਲਦੇ ਨੇ। ਇਹ ਤੇ ਸੁਣਦੇ ਆ ਨਾ ਆਪਾਂ ਵੀ ਜਦੋਂ ਤੱਕ ਸਾਹ ਚੱਲਦੇ, ਪਰ ਹੁਣ ਵੇਖ ਲਿਆ ਆਪਾਂ ਨੇ ਸਾਹ ਉਹਨਾਂ ਦੇ ਵੀ ਚੱਲਦੇ ਸੀ ਜਿਹੜੇ ਕਰੋਨਾ ਪੋਜ਼ਿਟਿਵ ਸੀ। ਸਾਹ ਆਖਰੀ ਸੀ, ਆਪਣੇ ਛੱਡ ਕੇ ਭੱਜ ਗਏ, ਕਹਿੰਦੇ ਮਰਨ ਵਾਲਾ ਆਪੀ ਫੂਕ ਦਿਓ, ਸਾਡੇ ਘਰ ਨਾ ਲੈ ਕੇ ਆਇਓ, ਜਿਉਂਦੇ ਜੀ ਛੱਡ ਗਈ ਦੁਨੀਆ। ਗੁਰੂ ਸਾਹਿਬ ਉਹੀ ਦੱਸਦੇ, ਕਹਿੰਦੇ ਮਰਦਾਨਿਆਂ ਅਸੀਂ ਤੇ ਮੋਹ ਛੱਡਿਆ ਹੋਇਆ, ਤੈਨੂੰ ਵੀ ਮੋਹ ਛੱਡਣਾ ਪੈਣਾ ਏ। ਜਗਤ ਪਦਾਰਥ ਤਸ ਲਖੋ, ਗਿਆਨ ਭਏ ਤੇ ਦੂਰ। ਭਾਈ ਜਦੋਂ ਗਿਆਨ ਹਿਰਦੇ ਵਿੱਚ ਹੋ ਗਿਆ ਨਾ, ਫਿਰ ਜੱਗ ਦੇ ਪਦਾਰਥ ਝੂਠੇ ਲੱਗਦੇ ਆ, ਝੂਠੇ। ਜਦੋਂ ਤੱਕ ਗਿਆਨ ਨਹੀਂ ਉਦੋਂ ਹਰ ਚੀਜ਼ ਦਾ ਘਾਟਾ ਸਤਾਉਂਦਾ ਹੈ, ਹਰ ਚੀਜ਼ ਦਾ ਟੁੱਟਣਾ ਰਵਾਉਂਦਾ ਹੈ, ਹਰ ਚੀਜ਼ ਦਾ ਦੂਰ ਹੋਣਾ ਅੰਦਰੋਂ ਤੜਫਾ ਦਿੰਦਾ ਏ। ਜਿੱਦਣ ਗਿਆਨ ਹੋ ਗਿਆ ਬੰਦਾ ਜਾਣਦਾ ਵੀ ਇਹ ਕੱਚ ਖਰੀਦਿਆ ਸੀ, ਇੱਕ ਦਿਨ ਟੁੱਟਣਾ ਹੀ ਸੀ। ਮੈਂ ਆ ਪੱਥਰ ਕੋਠੀ ਨੂੰ ਲਾਇਆ, ਫਰਸ਼ ਤੇ ਲਾਇਆ, ਇਹਨੇ ਇੱਕ ਦਿਨ ਟੁੱਟਣਾ ਸੀ। ਟੁੱਟ ਕੇ ਤੇ ਜੁੜਿਆ ਤੇ ਜੁੜ ਕੇ ਤੇ ਟੁੱਟਿਆ। ਹੁਣ ਕਿਸੇ ਗੱਡੀ ਦਾ ਸ਼ੀਸ਼ਾ ਟੁੱਟ ਜੇ ਤੇ ਸਿਆਣਾ ਬੰਦਾ ਕਦੇ ਕਿਸੇ ਨਾਲ ਨਹੀਂ ਲੜਦਾ, ਕਦੇ ਗੁੱਸਾ ਨਹੀਂ ਕਰਦਾ, ਉਹ ਕਹਿੰਦਾ ਕੱਚ ਆ ਯਾਰ, ਟੁੱਟਣ ਵਾਸਤੇ ਬਣਿਆ, ਅੱਜ ਨਹੀਂ ਕੱਲ ਟੁੱਟ ਜੂ। ਤੇ ਇੱਕ ਮੇਰੇ ਵਰਗਾ ਮੂਰਖ ਉਹ ਕਹਿੰਦਾ ਚੱਲ ਠਾਣੇ ਤੂੰ ਤੋੜਤਾ, ਤੂੰ ਐਂ ਕਰਤਾ, ਪਵਾ ਕੇ ਦੇ ਮੈਨੂੰ। ਉਹ ਕੀ ਹੈ? ਉਹਨੂੰ ਇਹ ਲੱਗਦਾ ਵੀ ਇਹ ਟੁੱਟਣ ਵਾਲੀ ਚੀਜ਼ ਨਹੀਂ ਸੀ, ਪਰ ਇਹਨੇ ਜਾਣ ਕੇ ਤੋੜੀ ਹੈ। ਇਹ ਕੀ ਹੈ? ਅਣਜਾਣਪੁਣਾ, ਇਹ ਹੈ ਅਗਿਆਨਤਾ। ਸਤਿਗੁਰ ਕਹਿੰਦੇ ਆ ਸੰਸਾਰ ਦਾ ਸੁਪਨਾ ਟੁੱਟਣ ਵਾਲਾ ਹੈ, ਇਹ ਸੱਚਾ ਨਹੀਂ ਹੈ ਭਾਈ, ਇਹ ਸੁਪਨਾ ਝੂਠਾ ਹੈ। ਜਿੱਦਣ ਟੁੱਟ ਜਾਣਾ ਮਰਦਾਨੇ ਆ ਉਦਣ ਸਮਝ ਆ ਜਾਣੀ ਹੈ। ਜਿਹੜੀ ਗੱਲ ਦੁਨੀਆ ਨੂੰ ਮਰਨ ਵੇਲੇ ਸਮਝ ਆਉਂਦੀ ਆ ਨਾ, ਮਰਨ ਵੇਲੇ ਰੱਬ ਦੇ ਪਿਆਰਿਆਂ ਨੂੰ ਜਿਉਂਦੇ ਜੀ ਆ ਜਾਂਦੀ। ਆਖੋ ਸਤਨਾਮ।
ਇੰਨਾ ਫਰਕ ਹੈ ਦੁਨੀਆ ਤੇ ਭਗਤਾਂ ਦਾ। ਮਰਦ ਨੇ ਲਿਖਿਆ ਨਾ, ਭਗਤਾ ਤੇ ਸਹਿਸਾਰੀਆ ਜੋੜ ਕਦੇ ਨਾ ਆਇਆ। ਕਦੇ ਸ਼ਬਦ ਦੂਰ ਦੂਰ ਤੱਕ ਵੀ ਕਹਿੰਦੇ ਕਦੇ ਮਿਲਾਪ ਨਹੀਂ ਹੋ ਸਕਦਾ ਕਿਹਨਾਂ ਦਾ, ਸੰਸਾਰੀ ਲੋਕਾਂ ਦਾ ਤੇ ਬੰਦਗੀ ਵਾਲਿਆਂ ਦਾ। ਬੰਦਾ ਮਰਦਾ ਹੋਇਆ ਕਹਿੰਦਾ ਆ ਦਾਨ ਕਰ ਦਿਓ ਜੀ, ਮੈਂ ਤੇ ਮਰ ਚੱਲਿਆ, ਮੇਰੀ ਦੌਲਤ ਸਿਕੰਦਰ ਵਾਂਗੂ ਵੀ ਲੋਕਾਂ ਨੂੰ ਵੰਡ ਦਿਓ, ਮੈਂ ਜਿਉਂਦੇ ਜੀ ਤੇ ਪਾਪ ਕੀਤਾ, ਲੋਕਾਂ ਦੇ ਗਲ ਵੱਡੇ, ਮਰਨ ਲੱਗਿਆ ਜੀ ਲੰਗਰ ਲਾ ਦਿਓ, ਵੰਡ ਦਿਓ ਸਾਰਾ ਕੁਝ। ਕਹਿੰਦੇ ਕੀ ਫਾਇਦਾ ਹੈ? ਸਾਧੂ ਜਿਉਂਦੇ ਜੀ ਕਹਿੰਦੇ ਆ, ਕਹਿੰਦੇ ਇੰਨਾ ਵੀ ਇਕੱਠਾ ਨਹੀਂ ਕਰਨਾ ਜਿਹੜਾ ਸੌਣ ਨਾ ਦਵੇ ਰਾਤ ਨੂੰ। ਵਿਰਾਗੀ ਹੋ ਜਾਂਦੇ ਆ। ਸਤਿਗੁਰ ਕਹਿੰਦੇ ਮਰਦਾਨਿਆ ਕਿਵੇਂ ਲੱਗਿਆ ਭਾਈ ਬਚਨ? ਚੁੱਪ ਜਾ ਹੋ ਕੇ ਕਹਿੰਦਾ ਮਰਜ ਠੀਕ ਆ, ਆਖੋ ਸਤਨਾਮ। ਉਹ ਹੁਣ ਅੰਦਰੋਂ ਤੇ ਖਿੱਚ ਪਈ ਆ ਵੀ ਮੈਂ ਕਿੱਥੇ ਆ ਗਿਆ। ਮੈਂ ਤੇ ਮਰਦ ਨੂੰ ਕਹਿਣ ਆਇਆ ਸੀ ਸੱਚੇ ਪਾਤਸ਼ਾਹ ਤੁਹਾਡੇ ਨਾਲ ਇੰਨਾ ਕੁਝ ਬੀਤ ਗਿਆ, ਮੈਨੂੰ ਕਾਰਨ ਦੱਸੋ, ਮੈਂ ਜਾ ਕੇ ਦੱਸਾਂ ਤੁਹਾਡੇ ਪਿਤਾ ਜੀ ਨੂੰ। ਤੇ ਗੁਰੂ ਸਾਹਿਬ ਕਹਿੰਦੇ ਮਰਦਾਨੇ ਅੱਜ ਤੋਂ ਤੂੰ ਵੀ ਘਰ ਛੱਡ ਦੇ, ਜਿਹੋ ਜੇ ਅਸੀਂ ਉਹੋ ਜਿਹਾ ਤੂੰ। ਤੇ ਦੁਬਦਾ ਤੇ ਪੈਣੀ ਆ ਨਾ ਜੀ। ਅਚਨਚੇਤ ਤੁਸੀਂ ਕਿਸੇ ਕੋਲ ਜਾ ਕੇ ਬੈਠੋ, ਕਿਸੇ ਤੇ ਮਾਣ ਕਰਦੇ ਹੋ, ਉਹ ਬੰਦਾ ਆਖੇ ਵੀ ਜੇ ਮੇਰੇ ਨਾਲ ਯਾਰੀ ਨਿਭਾਉਣੀ ਤੇ ਛੱਡ ਦੁਨੀਆ ਸਾਰੀ। ਫੈਸਲਾ ਕਰਨਾ ਕਾਫੀ ਔਖਾ ਹੋ ਜਾਂਦਾ। ਚਲੋ ਭਾਈ ਮਰਦਾਨਾ ਜੀ ਕੋਈ ਆਮ ਨਹੀਂ ਨੇ, ਇਸ ਵੇਲੇ ਪੂਰਨ ਸੋਝੀ ਨਹੀਂ ਹੈ, ਪਰ ਪੂਰਬਲੇ ਕਰਮ ਬਹੁਤ ਵੱਡੇ ਨੇ। ਪੂਰਨ ਸੋਝੀ ਨਹੀਂ, ਕਰਮ ਬਹੁਤ ਵੱਡੇ ਆ। ਵੱਡਿਆਂ ਭਾਗਾਂ ਕਰਕੇ ਗੁਰੂ ਮਿੱਤਰ ਨੇ ਸਤਿਗੁਰਾਂ ਦੇ ਕੋਲ ਬੈਠੇ ਨੇ। ਜਿਹੜੀ ਉਹ ਸੋਝੀ ਨਹੀਂ ਨਾ, ਮਰਜ ਉਹੀ ਦੇ ਰਹੇ ਆ। ਕਹਿੰਦੇ ਮਰਦਾਨਿਆ ਤੂੰ ਦੁਨੀਆ ਨੂੰ ਸੱਚੀ ਬਣਾਈ ਫਿਰਦਾ ਹੈ, ਕਦ ਤੱਕ ਰਹੇਗਾ? 70 ਸਾਲ 80 ਸਾਲ 90 ਸਾਲ। ਹਰ ਬੰਦੇ ਨੇ ਜੋ ਜੰਮਿਆ ਉਹਨੇ ਮਰਨਾ ਹੈ। ਬਸ ਇਹੀ ਚੀਜ਼ ਭੁੱਲਿਆ ਬੈਠਾ ਬੰਦਾ। ਇਹਨੂੰ ਯਾਦ ਕਰਨ ਲਈ ਧਰਮੀ ਹੋਣਾ ਪੈਂਦਾ ਹੈ। ਜਿੱਦਣ ਇਹ ਗੱਲ ਸਮਝ ਆ ਗਈ ਨਾ ਵੀ ਦੁਨੀਆ ਮਰਦੀ ਆ, ਮਰ ਮੈਂ ਵੀ ਜਾਣਾ ਹੈ, ਸੱਚੀ ਤੁਹਾਨੂੰ ਕਿਸੇ ਚੀਜ਼ ਦਾ ਮਾਣ ਨਹੀਂ ਹੋਣਾ। ਤੁਸੀਂ ਕਿਸੇ ਚੀਜ਼ ਪਿੱਛੇ ਤੜਫਣਾ ਹੀ ਨਹੀਂ, ਕਿਸੇ ਪਿੱਛੇ ਕਲਪਨਾ ਹੀ ਨਹੀਂ, ਲੜਨਾ ਹੀ ਨਹੀਂ, ਭਿੜਨਾ ਹੀ ਨਹੀਂ। ਛੱਡ ਦੋਗੇ ਵੀ ਜਿਹੜੇ ਨਾਲ ਹੀ ਨਹੀਂ ਜਾਣਾ, ਲੜਾਂ ਕਾਹਦੇ ਲਈ? ਹਾਂ, ਜਿਹੜੀ ਚੀਜ਼ ਨਾਲ ਜਾਂਦੀ ਉਹਦੇ ਪਿੱਛੇ ਲੜਨਾ ਚਾਹੀਦਾ ਹੈ। ਉਹ ਕੀ ਹੈ? ਭਗਤੀ, ਸ਼ੁਭ ਗੁਣ, ਬੰਦਗੀ। ਇਹਦੇ ਪਿੱਛੇ ਕੌਣ ਲੜਦਾ ਵੀ ਮੈਂ ਭਗਤੀ ਵੱਧ ਕਰਾਂ, ਮੈਂ ਨਾਮ ਜਪਾਂ ਕਿਉਂਕਿ ਨਾਮ ਨੇ ਪ੍ਰਲੋਕ 'ਚ ਸਾਥ ਦੇਣਾ? ਨਹੀਂ ਨਹੀਂ, ਉਹਨਾਂ ਕੌਡੀਆਂ ਪਿੱਛੇ ਲੜਦੇ ਆ ਜਿਹੜੀਆਂ ਜਿਉਂਦੇ ਜੀਵ ਵੀ ਕਈ ਵਾਰ ਸਾਥ ਛੱਡ ਜਾਂਦੀਆਂ ਨੇ। ਸਤਿਗੁਰਾਂ ਦੇ ਬਚਨ ਸੁਣ ਭਾਈ ਮਰਦਾਨਾ ਤੇ ਸੁਣ ਹੋ ਗਏ। ਮਨ ਹੀ ਮਨ ਸੋਚਦੇ ਆ ਕੀ ਕਰਾਂ, ਜਵਾਬ ਦਿੱਤਾ ਜਾਣਾ ਨਹੀਂ। ਜੇ ਜਵਾਬ ਦੇਤਾ ਪਿਆਰਾ ਸੱਜਣ ਸਤਿਗੁਰੂ ਨਾਰਾਜ਼ ਹੋ ਜਾਏਗਾ। ਜੇ ਮੈਂ ਸੱਚੇ ਪਾਤਸ਼ਾਹ ਕੋਲ ਹਾਮੀ ਭਰੀ, ਪਿੱਛੇ ਪਰਿਵਾਰ ਬੈਠਾ ਹੈ, ਘਰਦਿਆਂ ਨੂੰ ਤੇ ਇਹੀ ਦੱਸ ਕੇ ਆਇਆ ਵੀ ਮੈਂ ਖਬਰਸਾਰ ਲੈਣ ਚੱਲੇ ਆ, ਪਰ ਉਹ ਇਹ ਥੋੜਾ ਜਾਣਦੇ ਵੀ ਹੁਣੇ ਨਹੀਂ ਆਉਣਾ ਹੀ ਨਹੀਂ ਕਦੇ। ਸਾਧੂਆਂ ਕੋਲ ਰਹਿਣਾ, ਰੱਬ ਦੇ ਪਿਆਰਿਆਂ ਕੋਲ ਬਹਿਣਾ, ਜਿਉਂਦੇ ਜੀ ਮਰਨਾ ਹੁੰਦਾ, ਆਖੋ ਸਤਨਾਮ। ਇਸੇ ਕਰਕੇ ਮਹਾਰਾਜ ਕਹਿੰਦੇ ਆ ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਜੇ ਭਗਤੀ ਵਾਲਾ ਬਣਨਾ ਜਿਉਣ ਦੀਆਂ ਆਸਾਂ ਛੱਡ ਦੇ। ਜੇ ਰੱਬ ਨੂੰ ਮਿਲਣਾ ਤੇ ਜ਼ਿੰਦਗੀ ਦੀ ਆਸ ਛੱਡ। ਓਏ ਅਸੀਂ ਤੇ ਆਸਾਂ ਲਾਈ ਫਿਰਦੇ ਆ, ਮਹਾਰਾਜ ਲੰਬੀ ਉਮਰ ਵਧਾ, ਐਕਸਪਾਇਰੀ ਡੇਟ ਹੋਰ ਲੰਬੀ ਕਰਦੇ ਥੋੜੀ ਦੀ। ਬੁੱਢਾ ਹੋ ਗਿਆ, ਤੁਰਿਆ ਨਹੀਂ ਜਾਂਦਾ, ਮਾੜੀ ਜੀ ਤੰਦਰੁਸਤੀ ਬਖਸ਼, ਹੋਰ ਭੱਜਣ ਨੱਠਣ ਜੋਗਾ ਕਰਦੇ, 20 ਸਾਲ ਕੱਢਾਂ, 40 ਕੁ ਹੋਰ ਕੱਢ ਜਾ। ਬਜ਼ੁਰਗ ਵੀ ਇੱਕ ਜਿਹਨੇ ਸੰਸਾਰ ਤੋਂ ਜਾਣ ਦੀ ਸੋਚੀ ਬੈਠਾ ਨਾ, ਉਹ ਵੀ ਕਹਿੰਦਾ ਜੇ ਉਮਰ ਵੱਧ ਜੇ, ਛੇਤੀ ਜਵਾਨ ਹੋ ਜਾਣ, ਦੁਬਾਰਾ ਕੁਛ ਹੋਵੇ ਨਾ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਭਾਈ ਮਰਦਾਨਾ ਇੱਕ ਵਾਰ ਤੇ ਸੋਚਣ ਲੱਗ ਪਿਆ ਵੀ ਇਹ ਗੁਰਦੇਵ ਨੇ ਕੀ ਕਹਿਤਾ। ਬਚਨ ਇਹਨਾਂ ਦੇ ਚਾਹ ਕੇ ਵੀ ਮੈਂ ਮੋੜ ਨਹੀਂ ਸਕਦਾ। ਚੌਪਈ ਸ੍ਰੀ ਨਾਨਕ ਬਚ ਸੁਣੇ ਸੁਭਾਗੋ, ਭਇਓ ਸਹਿਜ ਹੀ ਹਿਰਦੇ ਬੈਰਾਗੋ। ਜਦੋਂ ਸਤਿਗੁਰਾਂ ਨੇ ਇਹ ਬਚਨ ਕੀਤੇ, ਅੱਖਾਂ ਭਰ ਕੇ, ਨੇਤਰ ਭਰ ਭਾਈ ਮਰਦਾਨੇ ਦੀ ਅੱਖ 'ਚ ਅੱਖ ਪਾ ਕੇ ਗੁਰੂ ਸਾਹਿਬ ਨੇ ਤੱਕਿਆ ਨਾ। ਹੁਣ ਤੱਕ ਭਾਈ ਮਰਦਾਨਾ ਸੋਚਦਾ ਸੀ ਮੈਥੋਂ ਘਰ ਨਹੀਂ ਛੱਡਿਆ ਜਾਣਾ, ਮੈਥੋਂ ਪਰਿਵਾਰ ਨਹੀਂ ਛੱਡਿਆ ਜਾਣਾ। ਮਰਦ ਨੇ ਐਸੀ ਨਜ਼ਰ ਭਰ ਕੇ ਤੱਕਿਆ ਭਾਈ ਮਰਦਾਨਾ ਜੀ ਵੱਲ, ਕਹਿੰਦੇ ਐਸਾ ਸਹਿਜ ਤੇ ਵਿਰਾਗ ਪ੍ਰਾਪਤ ਹੋ ਗਿਆ। ਭਾਈ ਮਰਦਾਨਾ ਹੁੱਬ ਕੇ ਆਖਣ ਲੱਗੇ, ਕਹਿੰਦੇ ਪਾਤਸ਼ਾਹ ਓਏ ਘਰ ਘੁਰ ਕਿਹੜੀਆਂ ਗੱਲਾਂ ਨੇ, ਤੁਸੀਂ ਆਖੋ ਤੇ ਜਹਾਨ ਛੱਡ ਦਿਆਂ, ਆਖੋ ਸਤਨਾਮ। ਇੱਕ ਨਜ਼ਰ ਨਾਲ, ਮਿਹਰ ਦੀ ਨਜ਼ਰ, ਐਸਾ ਕਰਮ ਜਾਗਿਆ ਉਸ ਭਾਗਾਂ ਵਾਲੇ ਦਾ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਬੜੇ ਹੌਸਲੇ ਨਾਲ ਕਹਿਤਾ। ਕੋਈ ਇਹੀ ਹੌਸਲਾ ਹੁੰਦਾ ਆਪਾਂ ਸਮਰਪਿਤ ਕਰਨ ਦਾ। ਆਪਾਂ ਕਹਿੰਦੇ ਆ ਨਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ।
ਸੁਜਾਨੀ। ਬਾਣੀ ਕਹਿੰਦੀ ਐ ਸਿੱਖਾ ਗੁਰੂ ਨੂੰ ਧਨ ਭੇਟਾ ਕਰ ਦੇ, ਗੁਰੂ ਨੂੰ ਤਨ ਸੌਂਪ ਦੇ, ਗੁਰੂ ਨੂੰ ਮਨ ਸੌਂਪ ਦੇ। ਜੇ ਵੇਖੀਏ ਮਨ ਸਾਡਾ ਗੰਦਗੀ ਦਾ ਘਰ ਹੈ, ਕਿੰਨੀਆਂ ਮਾੜੀਆਂ ਸੋਚਾਂ ਇਹਦੇ 'ਚ, ਜਨਮਾਂ ਜਨਮਾਂ ਦੇ ਪਾਪ ਨੇ। ਗੁਰੂ ਨੇ ਤੋਂ ਕੀ ਕਰਾਉਣਾ? ਜੇ ਸਰੀਰ ਦੀ ਗੱਲ ਕਰੀਏ 9 ਦੇ 9 ਦਰਵਾਜ਼ੇ ਹਰ ਵੇਲੇ ਮੈਲ ਨਾਲ ਰਿਸਦੇ ਰਹਿੰਦੇ, ਗੁਰੂ ਨੇ ਗੰਦੇ ਸਰੀਰ ਤੋਂ ਕੀ ਲੈਣਾ? ਜੇ ਧਨ ਦੀ ਗੱਲ ਕਰੀਏ ਤੇ ਹੈ ਨਾਸ਼ਵਾਨ, ਗੁਰੂ ਨੇ ਸਾਡੇ ਧਨ ਤੋਂ ਲੈਣਾ ਕੀ ਹੈ? ਉਹ ਤੇ ਆਪ ਦਾਤਾ, ਸਭ ਕੁਝ ਦੇਣ ਵਾਲਾ। ਸਾਨੂੰ ਮੰਗਤਿਆਂ ਨੂੰ ਉਸੇ ਨੇ ਤੇ ਸਾਰਾ ਕੁਝ ਦਿੱਤਾ, ਅਸੀਂ ਕੀ ਦੇ ਸਕਦੇ ਹਾਂ ਉਹਨੂੰ? ਦੇ ਸਕਦੇ ਹਾਂ ਕੁਝ? ਪਰ ਇਹ ਸਮਝਣ ਵਾਲੀਆਂ ਗੱਲਾਂ ਨੇ। ਮਰਦ ਕਹਿੰਦੇ ਤਨ ਦੀ ਹਉਮੈ ਛੱਡ ਦੇ, ਉਹਦੀ ਦਾਤ ਹੈ। ਮਨ ਦੀ ਹਉਮੈ ਛੱਡ ਦੇ, ਭਾਈ ਉਹਦੀ ਕਿਰਪਾ ਨਾਲ ਸਿੱਧਾ ਹੋ ਸਕਦਾ ਹੈ। ਧਨ ਦੀ ਹਉਮੈ ਛੱਡ ਦੇ, ਤੈਨੂੰ ਅੱਜ ਰਾਜੇ ਤੋਂ ਰੰਕ ਬਣਾ ਸਕਦਾ, ਭਿਖਾਰੀ ਬਣਾ ਸਕਦਾ, ਭਿਖਾਰੀ ਨੂੰ ਰਾਜਾ ਬਣਾ ਸਕਦਾ। ਇਹਦੀ ਹਉਮੈ ਛੱਡ, ਅੱਜ ਤੇਰੇ ਕੋਲ ਕੱਲ ਕਿਸੇ ਹੋਰ ਕੋਲ ਹੋਊ। ਇਹਦਾ ਗਮ ਨਾ ਕਰੀ, ਆਖੋ ਸਤਨਾਮ। ਇਹ ਦਾਤ ਹੈ ਉਹਦੀ। ਇਹਨਾਂ ਦੀ ਹਉਮੈ ਛੱਡਣ ਨੂੰ ਕਿਹਾ, ਤਨ ਛੱਡਣ ਨੂੰ ਥੋੜਾ ਕਿਹਾ ਮਰਦ ਨੇ ਵੀ ਸੁਸਾਈਡ ਕਰ ਲੈ ਜਾ ਕੇ, ਪੈਸਿਆਂ ਨੂੰ ਅੱਗ ਲਾ ਦੇ, ਸੁੱਟ ਦੇ ਵੀ ਮੈਂ ਤੇ ਗੁਰੂ ਨਾਲ ਜੁੜ ਗਿਆ। ਨਹੀਂ, ਮਰਦ ਕਹਿੰਦੇ ਗੁਰੂ ਲੇਖੇ ਲਾਉਣੇ ਆ, ਗੁਰੂ ਦੇ ਪਿਆਰ ਚ ਲਾਉਣੇ ਆ। ਮਨ ਕਰਕੇ ਗੁਰੂ ਵਾਲਾ ਹੋ ਜਾਣਾ ਹੈ, ਮਨ ਗੁਰੂ ਨੂੰ ਸੌਂਪ ਦੇਣਾ ਹੈ। ਇਹਦਾ ਭਾਵ ਇਹ ਹੈ। ਭਾਈ ਮਰਦਾਨਾ ਜੀ ਨੇ ਤਨ ਮਨ ਧਨ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰੇਮ ਵਿੱਚ ਭੇਟਾ ਕਰ ਦਿੱਤਾ। ਜਾਹੇ ਨਾਮ ਕਲਿਆਣ ਮਿਟਾਵਹਿ, ਤਹ ਉਪਦੇਸ਼ ਬੋਧ ਕਿਉਂ ਨਾ ਆਵੇ। ਜਿਨ੍ਹਾਂ ਦਾ ਨਾਮ ਸੁਣ ਕੇ ਲੋਕਾਂ ਦੇ ਅੰਦਰ ਗਿਆਨ ਦੀ ਚਿਣਕ ਪੈਦਾ ਹੋ ਜਾਂਦੀ ਹੈ, ਤੇ ਉਹਨਾਂ ਦਾ ਦਿੱਤਾ ਹੋਇਆ ਉਪਦੇਸ਼ ਖਾਲੀ ਕਿਵੇਂ ਜਾ ਸਕਦਾ? ਭਾਈ ਮਰਦਾਨਾ ਜੀ ਪਹਿਲਾਂ ਵੀ ਮਰਦ ਕੋਲ ਆਉਂਦੇ ਰਹੇ ਆ, ਬਚਪਨ 'ਚ ਖੇਡਦੇ ਰਹੇ ਆ, ਕਦੇ ਨਹੀਂ ਸੀ ਮਰਦ ਨੇ ਕਿਹਾ। ਅੱਜ ਉਹ ਸਮਾਂ ਆ ਗਿਆ, ਕਿਉਂਕਿ ਭਾਈ ਮਰਦਾਨੇ ਨੇ ਪੁੱਛਿਆ ਮਰਦ ਨੂੰ, ਸੱਚੇ ਪਾਤਸ਼ਾਹ ਭਗਵੇ ਕੱਪੜੇ ਪਾ ਕੇ ਬਹਿ ਗਏ, ਘਰ-ਬਾਰ ਛੱਡ ਕੇ ਬਹਿ ਗਏ, ਉਹ ਬੱਚਿਆਂ ਦਾ ਮੋਹ ਛੱਡਤਾ, ਕਾਰਨ ਕੀ ਹੈ? ਗੁਰੂ ਸਾਹਿਬ ਕਹਿੰਦੇ ਤੈਨੂੰ ਤੰਤੀ ਸਾਜ ਕਿਉਂ ਸਿਖਾਇਆ ਸੀ? ਇਹੀ ਕਾਰਨ ਕਰਕੇ ਸਿਖਾਇਆ ਸੀ। ਮਰਦਾਨਿਆਂ, ਘਰ ਦਾ ਮੋਹ ਛੱਡ, ਪਰਿਵਾਰ ਦਾ ਮੋਹ ਛੱਡ, ਘਰ ਦੀ ਚਿੰਤਾ ਛੱਡ, ਜਾਂ ਸਾਡੇ ਕੋਲ ਬਹਿ ਜਾ, ਜਾਂ ਫਿਰ ਸਾਡਾ ਹੀ ਹੋ ਜਾ। ਬਿਗਸ ਬਦਨ ਤੇ ਬਚਨ ਪ੍ਰਕਾਸ਼ਾ, ਇੱਛਾ ਗਵਨ ਕਰਨ ਕਹਿ ਆਸਾ। ਨੇਤਰ ਬੰਦ ਕਰ ਥੋੜਾ ਸਮਾਂ। ਆਰਾਮ ਤੋਂ ਬਾਅਦ ਭਾਈ ਮਰਦਾਨਾ ਜੀ ਹੱਥ ਜੋੜ ਕੇ ਕਹਿੰਦੇ, ਗਰੀਬ ਨਵਾਜ, ਤਨ ਵੀ ਤੇਰਾ, ਮਨ ਵੀ ਤੇਰਾ, ਜੋ ਮੇਰੇ ਕੋਲ ਦੌਲਤ ਸਭ ਕੁਝ ਤੇਰਾ ਹੀ ਹੈ ਮਾਲਕਾ। ਪਰ ਇੱਕ ਗੱਲ ਦੱਸੋ, ਆਪ ਜੀ ਦੀ ਇੱਛਾ ਕਿੱਥੇ ਜਾਣਦੀ ਹੈ? ਭਾਈ ਮਰਦਾਨਾ ਪੁੱਛਦੇ ਆ, ਬਹੁਤ ਕਰੀਬ ਹੋ ਕੇ ਪੁੱਛ ਰਹੇ ਨੇ। ਹੁਣ ਉਲਾਂਭੇ ਖਤਮ, ਦੁਨੀਆ ਦੀਆਂ ਗੱਲਾਂ ਖਤਮ, ਸੱਜਣ ਨਾਲ ਬਹਿ ਕੇ ਸੱਜਣ ਹੋ ਗਏ, ਪਿਆਰੇ ਕੋਲ ਬਹਿ ਕੇ ਪਿਆਰੇ ਬਣ ਗਏ। ਭਾਈ ਮਰਦਾਨਾ ਜੀ ਕਹਿੰਦੇ, ਮਾਲਕਾ ਕਿਰਪਾ ਕਰਕੇ ਦੱਸੋ ਆਪ ਜਾਣਾ ਕਿੱਥੇ ਚਾਹੁੰਦੇ ਹੋ? ਘਰ ਤੇ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਦੁਨੀਆਦਾਰੀ ਛੱਡ ਦਿੱਤੀ, ਲੋਕ ਲੱਜਿਆ ਛੱਡ ਦਿੱਤੀ, ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿੱਥੇ ਜਾਣ ਦਾ ਇਰਾਦਾ ਹੈ? ਕਿਹੜੀ ਥਾਂ ਤੇ ਆਪ ਜੀ ਜਾਣਾ ਚਾਹੁੰਦੇ ਹੋ? ਕਾਰਜ ਜੋ ਮਮ ਅਧੀਨਾ, ਕਰੋ ਕਿਉਂ ਨਾ ਮੈਂ ਹੋਈ ਛਲ ਛੀਨਾ। ਤੇ ਪਾਤਸ਼ਾਹ ਜਾਣਾ ਆਪ ਜੀ ਕਿੱਥੇ ਚਾਹੁੰਦੇ ਹੋ? ਕਿਰਪਾ ਕਰਕੇ ਦੱਸਿਓ। ਪਰ ਇੱਥੇ ਮੈਂ ਹਉਮੈ ਵਾਲੀ ਨਹੀਂ ਹੈ, ਭਾਵਵਾਚਕ ਹੈ। ਸੱਚੇ ਪਾਤਸ਼ਾਹ, ਮੈਂ ਇਹੋ ਜਿਹਾ ਕਿਹੜਾ ਕੰਮ ਹੈ ਜੋ ਤੁਹਾਡਾ ਨਾ ਕਰਾਂ ਤੇ ਤੁਹਾਡੇ ਕੰਮ ਨਾ ਆ ਸਕਾਂ? ਮੈਂ ਤੇ ਚਾਹੁੰਦਾ ਮੇਰਾ ਤੇ ਜੀਵਨ ਤੁਹਾਡੇ ਲਈ ਹੈ ਸੱਚੇ ਪਾਤਸ਼ਾਹ, ਮੈਂ ਤੇ ਸਮਰਪਿਤ ਕਰਤਾ ਜੋ ਤੁਹਾਨੂੰ ਜੀਵਨ। ਪਰ ਦੱਸੋ ਤੇ ਸਹੀ, ਮੈਂ ਤੁਹਾਡੇ ਕੀ ਕੰਮ ਆ ਸਕਦਾ? ਜਿੱਦਣ ਸਾਡਾ ਸਰੀਰ ਸੰਗਤ ਦੇ ਕੰਮ ਆ ਜੇ, ਗੁਰੂ ਦੇ ਕੰਮ ਆ ਜੇ, ਇਹ ਤੋਂ ਵੱਡੇ ਭਾਗ ਕੀ ਹੋ ਸਕਦੇ ਆ? ਸਰੀਰ ਤੇ ਲੱਕੜਾਂ ਦੇ ਵੀ ਅੱਜ ਕੰਮ ਨਹੀਂ ਆ ਰਿਹਾ। ਆਖੋ ਸਤਨਾਮ। ਹਾਲਤ ਐਸੀ ਬਣ ਗਈ, ਗੰਗਾ 'ਚ ਦੇਖੋ ਡੈਡ ਬੋਡੀਆਂ ਪਈਆਂ ਰੁਲਦੀਆਂ, ਕੁੱਤੇ ਖਾ ਰਹੇ ਆ। ਜਿਉਂਦਿਆਂ ਨੂੰ ਕਦੇ ਜਾਨਵਰਾਂ ਨੂੰ ਖਾਂਦੇ ਤੇ ਵੇਖੇ ਸੀ ਬੰਦਿਆਂ ਦੀ ਹਾਲਤ, ਤੇ ਜਿਨ੍ਹਾਂ ਨੂੰ ਖਾ ਰਹੇ ਨੇ ਉਹ ਵੀ ਕਦੇ ਸਾਡੇ ਵਾਂਗੂ ਆਕੜ ਦੇ ਭਰੇ ਹੋਏ ਸੀ, ਉਹ ਵੀ ਕਦੇ ਲੋਕਾਂ ਨਾਲ ਲੜਦੇ ਭਰਦੇ ਸੀ ਵੀ ਸਾਡੇ ਵਰਗਾ ਕੋਈ ਨਹੀਂ। ਅੱਜ ਦਸ਼ਾ ਕਿਹੜੀ ਹੈ, ਹਾਲਤ ਕਿਹੜੀ ਹੈ? ਇੱਥੇ ਤੇ ਰਾਜੇ ਤੋਂ ਰੰਕ ਬਣਾਉਂਦਿਆਂ ਰੱਬ ਟਾਈਮ ਨਹੀਂ ਲਾਉਂਦਾ। ਡਰਨਾ ਚਾਹੀਦਾ ਉਸ ਕਰਤਾਰ ਤੋਂ, ਭਰਮ ਨਹੀਂ ਕਦੇ ਮਨ ਵਿੱਚ ਰੱਖਣਾ ਚਾਹੀਦਾ ਵੀ ਮੈਂ ਮਹਾਨ ਬਣਾ। ਇੱਥੇ ਤੇ ਵੱਡੇ ਵੱਡੇ ਆਏ ਤੇ ਤੁਰ ਗਏ। ਭਾਈ ਮਰਦਾਨਾ ਜੀ ਉਹ ਸਭ ਸੋਚਦੇ ਆ ਵੀ ਸਤਿਗੁਰੂ ਜੀ ਆਪ ਐਡੇ ਵੱਡੇ ਰੁਤਬੇ ਦੇ ਮਾਲਕ, ਐਡੇ ਪਰਿਵਾਰ ਦੇ ਮਾਲਕ ਨੇ, ਛੱਡ ਬੈਠੇ ਆ।
ਸਮੇਂ ਦੇ ਨਵਾਬ ਦਾ ਸਾਰਾ ਹਿਸਾਬ ਛੱਡਤਾ, ਮੋਦੀ ਖਾਨਾ ਛੱਡਤਾ। ਤਿਆਗ ਦੱਸ ਰਹੇ ਨੇ ਨਾ ਵੀ ਬੰਦਿਆ ਤੇਰਾ ਇੱਥੇ ਕੁਛ ਨਹੀਂ ਹੈ। ਇਸ ਲਈ ਉਹ ਸੋਚਦੇ ਆ ਵੀ ਵਡਭਾਗਾ ਹੋਵਾਂਗਾ ਜੇ ਮੈਂ ਗੁਰੂ ਦੇ ਕੰਮ ਆ ਜਾਂ, ਜੇ ਮੇਰਾ ਸਰੀਰ ਮਰ ਜੇ ਤੇ ਲੇਖੇ ਲੱਗ ਜੇ, ਇਹ ਤੋਂ ਵੱਧ ਹੋਰ ਕੀ ਚਾਹੀਦਾ ਹੈ। ਜੇ ਸਿੱਖ ਦਾ ਜੀਵਨ, ਸਿੱਖ ਦਾ ਸਰੀਰ, ਸਿੱਖ ਦਾ ਮਨ, ਸਿੱਖ ਦਾ ਧਨ ਗੁਰੂ ਨਾਨਕ ਸਾਹਿਬ ਦੇ ਅਰਥਾਂ ਜੇ ਲੇਖੇ ਆ ਜੇ ਤੇ ਸਿੱਖ ਨੂੰ ਹੋਰ ਕੀ ਚਾਹੀਦਾ ਜੀ। ਇਹੀ ਤੇ ਚਾਹੁੰਦਾ ਸਿੱਖ, ਮਰਜ ਮੇਰਾ ਜੀਵਨ ਤੇਰੇ ਲੇਖੇ ਲੱਗ ਜੇ, ਮੈਂ ਆਪਣੀ ਜਿੰਦ ਤੇਰੇ ਨਾਮ ਕਰਦੇ ਆ, ਮੈਂ ਆਪਾਂ ਤੈਨੂੰ ਸਮਰਪਿਤ ਕਰਦੇ ਆ। ਭਾਈ ਮਰਦਾਨਾ ਜੀ ਨੇ 2 ਸਵਾਲ ਕੀਤੇ, ਕਹਿੰਦੇ ਮਹਾਰਾਜ ਆਪ ਜੀ ਜਾਣਾ ਕਿੱਥੇ ਚਾਹੁੰਦੇ ਹੋ ਤੇ ਮੈਂ ਕੀ ਕੰਮ ਆ ਸਕਦਾ ਤੁਹਾਡੇ। ਇਹ ਕਿਉਂ ਪੁੱਛਦੇ ਆ? ਉਹਨਾਂ ਨੂੰ ਲੱਗਦਾ ਮੇਰੇ 'ਚ ਗੁਣ ਹੀ ਕੋਈ ਨਹੀਂ। ਆਖੋ ਸਤਨਾਮ। ਜਦ ਮੇਰੇ 'ਚ ਔਗਣ ਬੜੇ ਆ, ਗੁਣ ਕੋਈ ਨਹੀਂ, ਤੇ ਮੈਂ ਗੁਣਾਂ ਦੀ ਖਾਨ ਦੇ ਕਿਹੜੇ ਗੁਣ ਕੰਮ ਆ ਸਕਦੇ ਮੇਰੇ? ਕੀ ਕੰਮ ਆ ਸਕਦਾ? ਮੁਸਕਰਾ ਪਈ ਮਹਾਰਾਜ। ਸਤਿਗੁਰ ਕਹਿੰਦੇ ਮਰਦਾਨਿਆ, ਜੱਗ ਤੇ ਆਉਣ ਵਾਲਾ ਹਰ ਵਿਅਕਤੀ ਖਾਸ ਹੁੰਦਾ ਏ, ਯੂਨੀਕ ਹੁੰਦਾ ਏ। ਤੁਸੀਂ ਹੋ ਨਾ, ਕੋਈ ਵੀ ਹੈ, ਅਵੇਸਲਾ ਕੋਈ ਨਹੀਂ ਇੱਥੇ। ਇੱਕ ਮੰਗਣ ਵਾਲਾ ਵੀ ਖਾਲੀ ਨਹੀਂ ਦੁਨੀਆ ਤੇ ਤੁਰਿਆ ਫਿਰਦਾ, ਉਹਨੂੰ ਵੀ ਰੱਬ ਨੇ ਕਿਸੇ ਕਾਰਨ ਵਸ ਭੇਜਿਆ ਹੋਇਆ। ਉਹ ਆਪਣੇ ਕਰਮ ਲੈ ਕੇ ਆਇਆ ਹੋਇਆ। ਹਰ ਇਨਸਾਨ ਦੇ ਆਪਣੇ ਕਰਮ ਨੇ, ਕੋਈ ਕਿਸੇ ਦੇ ਕਰਮ ਨਹੀਂ ਹੋ ਸਕਦਾ, ਜਿੰਨਾ ਮਰਜ਼ੀ ਜ਼ੋਰ ਲਾ ਲਏ ਨਹੀਂ ਹੋ ਸਕਦਾ। ਹਰ ਇਨਸਾਨ ਇੱਥੇ ਮਹਾਨ ਹੈ, ਪਰ ਮਹਾਨ ਉਹ ਜ਼ਿਆਦਾ ਹੈ ਜਿਹਨੇ ਆਪਣਾ ਜੀਵਨ ਗੁਰੂ ਲਈ ਲੇਖੇ ਲਾਤਾ, ਸਮਰਪਿਤ ਕਰਤਾ। ਭਾਈ ਮਰਦਾਨਾ ਕਹਿੰਦਾ ਮਰਜਾ ਨਾ ਚੀਜ਼ ਬੰਦੇ ਦਾ ਸਰੀਰ ਆਪ ਜੀ ਦੇ ਕੀ ਕੰਮ ਆ ਸਕਦਾ ਹੈ, ਕਿਰਪਾ ਕਰਕੇ ਦੱਸ ਦਿਓ। ਤੁਮਰੇ ਦਰਸ਼ ਕਰਖ ਮਨ ਲਿਆ, ਏਕ ਆਸ ਨਾਸੀ ਅਬ ਬੀਆ। ਪਾਤਸ਼ਾਹ ਆਪ ਜੀ ਦੇ ਦਰਸ਼ਨਾਂ ਨੇ ਮੇਰਾ ਮਨ ਆਕਰਖ ਕਹੀਏ ਖਿੱਚ ਲਿਆ, ਖੋ ਲਿਆ ਮਨ ਮੇਰਾ ਮੇਰੇ ਤੋਂ। ਮੋਹਨ ਮੋਹਿ ਲਿਆ ਮਨ ਮੇਰਾ। ਮੋਹਨ ਕਿਉਂ ਕਿਹਾ? ਰੱਬ ਨੂੰ ਮੋਹਨ ਕਹਿੰਦੇ ਆ। ਕਿਸ ਲਈ ਕਹਿੰਦੇ ਆ? ਵੀ ਜਿਹੜਾ ਤੇਰੇ ਤੋਂ ਮੋਹਿਆ ਗਿਆ ਨਾ, ਦੁਨੀਆ ਜੋਗਾ ਨਹੀਂ ਰਿਹਾ। ਆਖੋ ਸਤਨਾਮ। ਰੱਬਾ ਜਿਹਨੂੰ ਤੂੰ ਮੋਹ ਲਿਆ ਨਾ, ਜਿਹਨੂੰ ਤੂੰ ਆਪਣਾ ਬਣਾ ਲਿਆ, ਉਹ ਜੱਗ ਨੂੰ ਕਹਿੰਦਾ ਮੈਂ ਤੈਥੋਂ ਲੈਣਾ ਕੀ ਹੈ। ਭਾਈ ਮਰਦਾਨਾ ਕਹਿੰਦਾ ਮਰਜ ਆਪ ਜੀ ਨੇ ਮੈਨੂੰ ਮੇਰੇ ਤੋਂ ਖੋਲਿਆ ਤੇ ਮੈਂ ਹੁਣ ਸਦਾ ਹੀ ਤੁਹਾਡੇ ਕੋਲ ਰਹਿਣਾ ਚਾਹੁੰਦਾ। ਪਹਿਲਾਂ ਕੀ ਸੋਚਦੇ ਸੀ ਬੈਠੇ ਭਾਈ ਵੀ ਮੈਂ ਕਿੱਥੇ ਆ ਗਿਆ, ਆਇਆ ਤੇ ਸੁਨੇਹਾ ਦੇਣ ਸੀ। ਬਾਬਾ ਕਹਿੰਦਾ ਮੇਰੇ ਕੋਲ ਰਹਿ। ਪਰ ਹੁਣ ਜਦੋਂ ਮਰਜ ਨੇ ਨੇਤਰ ਭਰ ਕੇ ਵੇਖਿਆ, ਕਹਿੰਦਾ ਸਤਿਗੁਰੂ ਜੀ ਮੈਂ ਆਪਣਾ ਮਨ ਖੁਆ ਬੈਠਾ, ਇਹ ਖੋ ਬੈਠਾ ਹਾਂ, ਤੁਹਾਡੇ ਬਿਨਾਂ ਮੈਂ ਰਹਿ ਨਹੀਂ ਸਕਦਾ। ਆਪ ਮੇਰੇ ਸਤਿਗੁਰ ਹੋ, ਮੇਰੇ ਪਿਆਰੇ ਹੋ, ਮੇਰੇ ਪ੍ਰੀਤਮ ਹੋ। ਤੁਸੀਂ ਜਿੱਥੇ ਜਿੱਥੇ ਜੋ ਜੋ ਕਹੋਗੇ ਸਿਰ ਮੱਥੇ ਪ੍ਰਵਾਨ ਕਰਾਂਗਾ। ਜਗਤ ਵਿਕਾਰਨ ਤੇ ਭੀ ਸ਼ਾਂਤੀ, ਔਰ ਆਨੰਦ ਉਪਜਾਬੋ ਭਾਂਤੀ। ਤੇ ਸਤਿਗੁਰਾਂ ਨੂੰ ਭਾਈ ਮਰਦਾਨਾ ਕਹਿੰਦਾ ਮਰਜ ਅੱਜ ਮੈਨੂੰ ਨਾ ਅੰਦਰੋਂ ਇਕਾਗਰਤਾ ਮਿਲ ਗਈ, ਅੰਦਰੋਂ ਸ਼ਾਂਤੀ ਮਿਲ ਗਈ, ਮੇਰਾ ਚਿੱਤ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ। ਕਿ ਜਦ ਵੀ ਮੈਂ ਆਉਂਦਾ ਸੀ ਮਰਜ ਪੈਸੇ ਦੇ ਦੋ, ਮਾਇਆ ਦੇ ਦੋ, ਘਰ ਦਾ ਗੁਜ਼ਾਰਾ ਔਖਾ। ਅੱਜ ਕੀ ਮੰਗਦੇ ਆ? ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਸਤਿਗੁਰੂ ਮੈਂ ਬੜਾ ਪ੍ਰਸੰਨ ਆ, ਮੇਰੇ ਤੇ ਬੜੀ ਕਿਰਪਾ ਆਪ ਜੀ ਦੀ ਹੋ ਗਈ, ਮੇਰੀ ਅੱਜ ਚਾਹਤ ਕੋਈ ਨਹੀਂ, ਮੈਂ ਅੱਜ ਕੁਝ ਵੀ ਮੰਗਣਾ ਨਹੀਂ। ਦੋਹਰਾ ਕਿਤ ਦਿਸ਼ ਕਰੋ ਪਿਆਣ ਅਬ, ਸੰਗ ਲੈ ਕਰ ਮੋਹ। ਸੁਣ ਮਰਦਾਨੇ ਕੇ ਬਚਨ, ਬੋਲੇ ਅਨੰਦ ਸੰਦੋਹੇ। ਭਾਈ ਮਰਦਾਨਾ ਜੀ ਬੜੇ ਪਿਆਰ ਚ ਆ ਕੇ ਹੱਥ ਜੋੜ ਕੇ ਕਹਿੰਦੇ ਮਹਾਰਾਜ ਕਿਹੜੀ ਦਿਸ਼ਾ ਜਾਓਗੇ, ਕਿੱਥੇ ਲੈ ਕੇ ਜਾਓਗੇ, ਕਿਰਪਾ ਕਰਕੇ ਦੱਸੋ, ਜਿੱਥੇ ਜਾਓਗੇ ਮੈਂ ਨਾਲ ਚੱਲੂ। ਹੱਸੇ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਇਹ ਤਾਂ ਨਹੀਂ ਪਤਾ ਕਿਹੜੀ ਦਿਸ਼ਾ ਜਾਵਾਂਗੇ, ਇੰਨਾ ਪਤਾ ਹੈ ਜਿੱਥੇ ਸਤ ਕਰਤਾਰ ਲੈ ਕੇ ਜਾਊ ਅਸੀਂ ਹੁਣ ਉੱਥੇ ਜਾਵਾਂਗੇ। ਆਖੋ ਸਤਨਾਮ। ਜਿੱਥੇ ਕਰਤਾ ਪੁਰਖ ਲੈ ਕੇ ਜਾਏਗਾ। ਕੋਈ ਬੰਦਾ ਆਪ ਨਹੀਂ ਤੁਰਦਾ, ਕੋਈ ਬੰਦਾ ਆਪ ਨਹੀਂ ਬੋਲਦਾ, ਕੋਈ ਵਿਅਕਤੀ ਆਪ ਨਹੀਂ ਖਾਂਦਾ। ਰੱਬ ਜਿੱਥੇ ਖਵਾਉਂਦਾ, ਜਿੱਥੇ ਲੈ ਕੇ ਜਾਂਦਾ। ਆਪਾਂ ਤੇ ਦਾਣੇ ਦਾਣੇ ਦੀਆਂ ਗੱਲਾਂ ਕਰਦੇ ਆ ਨਾ, ਵੀ ਪਰਮਾਤਮਾ ਨੇ ਦਾਣਾ ਪਾਣੀ ਲਿਖਿਆ ਉੱਥੇ ਹੀ ਛਕਣਾ ਹੈ, ਕੱਲਾ ਦਾਣਾ ਪਾਣੀ ਨਹੀਂ। ਜਿਸ ਹਵਾ ਵਿੱਚ ਸਾਹ ਲਿਖੇ ਹੋਏ ਨੇ ਨਾ, ਉਹ ਆਕਸੀਜਨ ਕਿੱਥੋਂ ਲੈਣੀ ਹੈ, ਕਿਹੜੇ ਰੁੱਖ ਨੇ ਦੇਣੀ ਹੈ, ਕਿਹੜੀ ਥਾਂ ਤੇ ਸਾਹ ਮਿਲਣਾ ਹੈ ਤੇ ਕਿੱਥੇ ਨਿਕਲਣਾ ਹੈ, ਇਹ ਵੀ ਰੱਬ ਦੀ ਦਾਤ ਹੈ। ਆਖੋ ਸਤਨਾਮ। ਕੱਲਾ ਦਾਣਾ ਪਾਣੀ ਨਹੀਂ ਖਿਡਾਇਆ ਉਹਨੇ, ਉਹਨੇ ਸਾਹ ਵੀ ਖਿਲਾਰੇ ਹੋਏ ਆ।
किथे किथे जाके लैने ते किथे किथे छड्डने आ। महाराज कहते जिथे वो करता पुरख लै जू मरदाने चल हो तैयार आपां उत्थे चलीए। भाई मरदाना जी के नेत्रां च अज प्रेम का जल आया, समा समाप्त हो गया है। सतगुरु गुरु नानक साहब महाराज सुल्तानपुर लोधी छड्डना चाहुंदे ने जां किते होर जाना चाहुंदे आ। भाई मरदाना जी आए तो सुनेहा लैके ने, की सुनेहा लैके वापस जाणगे। जो कुछ भी होना है गरीब नवाज सतगुरां दी किरपा नाल कल शाम दे दीवाना च आनंद माणांगे। वाहेगुरु 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 वाहेगुरु।